जै लखदाता पीर दी मौज फकीर दी। अपनी ड्यूटी समझ के रोज़ भजन सिमरन का अभ्यास करते रहा करो। तुहाडे सारे दुखों की दवाई सिमरन है, बंदगी है, भगती है। इसलिए रोज़ सिमरन करते रहो, बंदगी करते रहो, भगती करते रहो। तुहाडे हर सवाल का जवाब भी सिमरन विच है, बंदगी विच है। रोज़ सिमरन करो, रोज़ सिमरन करते रहो, सिमरन करते रहो। धन गुरु नानक, धन गुरु नानक, धन गुरु नानक। गुरु नानक देव जी पातशाह जी ਜਦੋਂ ਪਹਿਲੀ ਉਦਾਸੀ ਤੇ ਗਏ ਤਾਂ ਰਾਸਤੇ ਦੇ ਵਿੱਚ ਭਾਈ ਲਾਲੋ ਦੇ ਘਰ ਰੁਕੇ ਸੀ। ਭਾਈ ਲਾਲੋ ਜੀ ਸਾਧੂ ਸੰਤਾਂ ਦੀ, ਫਕੀਰਾਂ ਦੀ ਬਹੁਤ ਸੇਵਾ ਕਰਿਆ ਕਰਦੇ ਸੀ ਤੇ ਨਾਲ ਨਾਲ ਆਪਣੀ ਦਸਾਂ ਨੌ ਦੀ ਕਿਰਤ ਵੀ ਕਰਦੇ ਸੀ। ਇੰਨੀ ਗਰੀਬੀ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਦਿਲ ਇੰਨਾ ਵੱਡਾ ਸੀ ਕਿ ਕਿਸੇ ਦਾ ਦੁੱਖ ਉਹਨਾਂ ਕੋਲ ਦੇਖਿਆ ਨਹੀਂ ਜਾਂਦਾ ਸੀ। ਉਹ ਹਮੇਸ਼ਾ ਆਪਣੀ ਮਿਹਨਤ ਦੇ ਨਾਲ, ਆਪਣੀ ਲਗਨ ਦੇ ਨਾਲ ਭਾਈ ਲਾਲੋ ਜੀ ਆਪਣਾ ਲੱਕੜ ਦਾ ਕੰਮ ਕਰਦੇ ਹੁੰਦੇ ਸੀ। ਤਾਂ ਜਦੋਂ ਗੁਰੂ ਸਾਹਿਬ ਉਸ ਸ਼ਹਿਰ ਦੇ ਵਿੱਚ, ਉਸ ਨਗਰ ਦੇ ਵਿੱਚ ਪਹੁੰਚੇ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਰੁਕੇ ਸੀ। ਤਾਂ ਉਹਨਾਂ ਨੇ ਉੱਥੇ ਭਾਈ ਲਾਲੋ ਦੇ ਘਰ ਕਾਫੀ ਸਮਾਂ ਬਤੀਤ ਕੀਤਾ। ਉਸ ਸਮੇਂ ਉਸ ਸ਼ਹਿਰ ਦੇ ਵਿੱਚ ਮਲਿਕ ਭਾਗੋ ਵੀ ਰਹਿੰਦਾ ਸੀ। ਉਹ ਬੇਈਮਾਨੀ ਦੀ ਕਮਾਈ ਕਰਦਾ ਸੀ। ਲੋਕਾਂ ਨੂੰ ਵਿਆਜਾਂ 'ਤੇ ਪੈਸੇ ਦੇ ਕੇ ਵਿਆਜਾਂ ਦੇ ਪੈਸੇ 'ਤੇ ਐਸ਼ ਕਰਦਾ ਸੀ। ਲੋਕਾਂ ਨਾਲ ਠੱਗੀਆਂ ਮਾਰਦਾ ਸੀ, ਲੋਕਾਂ ਨਾਲ ਹੇਰਿਆ ਫੇਰੀਆਂ ਕਰਦਾ ਸੀ। ਤਾਂ ਉਸ ਮਲਿਕ ਭਾਗੋ ਨੇ ਇੱਕ ਲੰਗਰ ਦਾ ਪ੍ਰੋਗਰਾਮ ਰੱਖਿਆ ਤਾਂ ਉਸਨੇ ਸਾਰੇ ਸਾਧੂਆਂ ਸੰਤਾਂ ਨੂੰ ਬੁਲਾਇਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਵੀ ਸੁਨੇਹਾ ਭੇਜਿਆ, ਪਰ ਮਲਿਕ ਭਾਗੋ ਦੇ ਘਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਗੁਰੂ ਸਾਹਿਬ ਨਹੀਂ ਗਏ। ਗੁਰੂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਜੋ ਵੀ ਉਹ ਰੁੱਖੀ ਮਿੱਸੀ ਖੁਸ਼ੀ ਨਾਲ, ਪ੍ਰੇਮ ਨਾਲ ਦਿੰਦਾ, ਬਾਜਰੇ ਰੋਟੀ ਉਹ ਖੁਸ਼ੀ ਖੁਸ਼ੀ ਖਾ ਲੈਂਦੇ ਸੀ, ਕਿਉਂਕਿ ਉਹਦੇ ਵਿੱਚ ਉਹਦੀ ਪ੍ਰੇਮ ਸੀ ਔਰ ਉਹਦੀ ਦਸਾਂ ਨੂੰ ਉਹਦੀ ਕਿਰਤ ਸੀ, ਉਹਦੀ ਹੱਕ ਹਲਾਲ ਦੀ ਕਮਾਈ ਸੀ। ਇਸ ਲਈ ਗੁਰੂ ਸਾਹਿਬ ਉਹਦੇ ਘਰ ਦੀ ਰੋਟੀ ਖਾਂਦੇ ਸੀ। ਜਦੋਂ ਮਲਿਕ ਭਾਗੋ ਨੂੰ ਪਤਾ ਲੱਗਿਆ ਕਿ ਗੁਰੂ ਜੀ ਨਹੀਂ ਆਏ ਤਾਂ ਉਹਨਾਂ ਨੇ ਕਿਸੇ ਤਰੀਕੇ ਵੀ ਗੁਰੂ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ। ਤਾਂ ਉਹਨਾਂ ਨੂੰ ਕਿਹਾ ਕਿ ਇੰਨੇ ਖੀਰ ਬਣੇ ਨੇ, ਪੂੜੇ ਬਣੇ ਨੇ, ਇੰਨਾ ਵਧੀਆ ਕੜਾਹ ਪ੍ਰਸ਼ਾਦ ਬਣਿਆ, ਤੁਸੀਂ ਇਹ ਛੱਡ ਕੇ ਤੁਸੀਂ ਭਾਈ ਲਾਲੋ ਦੇ ਘਰ ਕਿਉਂ ਰੁੱਖੀ ਮਿੱਸੀ ਰੋਟੀ ਖਾਂਦੇ ਹੋ, ਕਿਉਂ ਉਹਦੀ ਸੁੱਕੀ ਰੋਟੀ ਖਾਂਦੇ ਹੋ। ਪਰ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਕਿ ਮਲਿਕ ਭਾਗੋ, ਤੇਰੀ ਜਿਹੜੀ ਕਮਾਈ ਆ ਨਾ, ਤੂੰ ਜਿਹੜੀ ਕਮਾਈ ਕਰਦਾ ਆ, ਤੂੰ ਬੇਈਮਾਨੀ ਦੀ ਕਮਾਈ ਕਰਦਾ, ਤੂੰ ਲੋਕਾਂ ਦੇ ਦਿਲ ਦਿਖਾਉਂਦਾ ਆ, ਤੂੰ ਲੋਕਾਂ ਨਾਲ ਹੇਰੀਆਂ ਫੇਰੀਆਂ ਕਰਦਾ, ਤੂੰ ਲੋਕਾਂ ਨਾਲ ਠੱਗੀਆਂ ਮਾਰਦਾ ਆ। ਅਤੇ ਉਸ ਕਮਾਈ ਦਾ ਤੂੰ ਜੇ ਧਨ ਲੈ ਕੇ, ਧਨ ਜੋ ਇਕੱਠਾ ਕਰਦਾ, ਉਹਦਾ ਤੂੰ ਅੰਨ ਖਰੀਦਦਾ ਆ। ਜਿਹੋ ਜਿਹਾ ਧਨ, ਉਹ ਜਿਹਾ ਅੰਨ, ਉਹ ਜਿਹਾ ਮਨ।
ਤੇ ਜਿਹੜਾ ਭੋਜਨ ਤੇਰਾ ਹੈਗਾ, ਜਿਹੜਾ ਖਾਣਾ ਹੈਗਾ, ਲੰਗਰ ਹੈਗਾ, ਤੇਰੇ ਸ਼ਕਨ, ਇਹ ਸਾਡੇ ਛਕਣਯੋਗ ਨਹੀਂ ਹੈਗਾ। ਤੇ ਜਿਹੜਾ ਭਾਈ ਲਾਲੋ ਆ, ਭਾਈ ਲਾਲੋ ਜੀ ਆ, ਉਹ ਆਪਣੀ ਦਸਾਂ ਨੌ ਦੀ ਕਿਰਤ ਕਰਦੇ ਆ, ਮਿਹਨਤ ਦੀ ਕਮਾਈ ਕਰਦੇ ਆ। ਫਿਰ ਉਹ ਥੋੜੀ ਜਿਹੀ ਪੂੰਜੀ ਦੇ ਵਿੱਚੋਂ ਵੀ ਉਹ ਆਪਣੇ ਆਏ ਗਏ ਦੀ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ ਉਹਨਾਂ ਨੂੰ ਭੋਜਨ ਖਿਲਾਉਂਦੇ ਆ, ਉਹਨਾਂ ਦੀ ਇੱਜ਼ਤ ਮਾਨ ਕਰਦੇ ਆ, ਉਹਨਾਂ ਦੀ ਸੇਵਾ ਕਰਦੇ ਆ, ਤੇ ਹਰ ਟਾਈਮ ਉਹ ਪ੍ਰਭੂ ਦਾ ਸ਼ੁਕਰਾਨਾ ਕਰਦਾ ਆ। ਪਰ ਤੇਰੀ ਕਮਾਈ ਤਾਂ ਬੇਈਮਾਨੀ ਦੀ ਆ, ਹੀਰਾ ਫੇਰੀਆਂ ਦੀ ਕਮਾਈ ਆ। ਜਦੋਂ ਭਾਈ ਭਾਗੋ ਨੂੰ ਜਦੋਂ ਗੱਲ ਇਹ ਸੁਣੀ ਤਾਂ ਉਹ ਮਹਾਰਾਜ ਕਹਿੰਦਾ ਨਹੀਂ, ਮੇਰੀ ਇਹ ਆਪਣੀ ਕਮਾਈ ਆ, ਮੈਂ ਬੇਈਮਾਨੀ ਨਹੀਂ ਕੀਤੀ, ਮੈਂ ਠੱਗੀ ਨਹੀਂ ਮਾਰੀ, ਇਹ ਮੇਰੀ ਆਪਣੀ ਕਮਾਈ ਆ। ਤਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਲਿਆ, ਆਪਣੇ ਖੀਰ ਪੁੜੇ ਤੂੰ ਲੈ ਕੇ ਆ। ਤਾਂ ਭਾਈ ਭਾਗੋ ਆਪਣੇ ਖੀਰ ਪੁੜੇ ਲੈ ਕੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੇ। ਤੇ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਗੁਨਾਹ ਦੇ ਮਾਰੀ ਨੇ ਭਾਈ ਲਾਲੋ ਘਰੋਂ ਵੀ ਰੋਟੀ ਮੰਗਾਈ। ਇੱਕ ਹੱਥ ਵਿੱਚ ਭਾਈ ਮਲਿਕ ਭਾਗੋ ਦੀ ਰੋਟੀ ਤੇ ਦੂਜੇ ਹੱਥ ਵਿੱਚ ਭਾਈ ਲਾਲੋ ਦੀ ਰੋਟੀ ਰੱਖੀ ਤੇ ਗੁਰੂ ਸਾਹਿਬ ਨੇ ਨਿਚੋੜਿਆ। ਜਦੋਂ ਉਸਨੇ ਭਾਈ ਲਾਲੋ ਦੀ ਰੋਟੀ ਨੂੰ ਜਦੋਂ ਨਿਚੋੜਿਆ ਤਾਂ ਉਹਦੇ ਵਿੱਚ ਦੁੱਧ ਦੀ ਧਾਰ ਪਈ, ਦੁੱਧ ਨਿਕਲਣ ਲੱਗ ਗਿਆ। ਤੇ ਜਦੋਂ ਮਲਿਕ ਭਾਗੋ ਦੀ ਖੀਰ ਪੂੜਿਆਂ ਨੂੰ ਗੁਰੂ ਸਾਹਿਬ ਨੇ ਨਿਚੋੜਿਆ ਤਾਂ ਉਹਦੇ ਵਿੱਚ ਖੂਨ ਨਿਕਲਿਆ। ਤਾਂ ਇਹ ਕੌਤਕ ਦੇਖ ਕੇ, ਇਹ ਚਮਤਕਾਰ ਦੇਖ ਕੇ ਸਾਰੀ ਸੰਗਤ ਹੈਰਾਨ ਰਹਿ ਗਈ। ਤਾਂ ਫਿਰ ਉਹ ਮਲਿਕ ਭਾਗੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗਿਰ ਗਿਆ ਤੇ ਮਾਫੀਆ ਮੰਗਣ ਲੱਗ ਪਿਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਬੇਟੇ, ਮੈਂ ਇਸ ਕਰਕੇ ਤੇਰੇ ਘਰ ਭੋਜਨ ਨਹੀਂ ਛਕਿਆ, ਤੇਰੇ ਘਰ ਲੰਗਰ ਨਹੀਂ ਛਕਿਆ, ਕਿਉਂਕਿ ਤੇਰੀ ਕਮਾਈ ਇੱਦਾਂ ਦੀ ਆ, ਤੂੰ ਬੇਈਮਾਨੀ ਦੀ ਕਮਾਈ ਕਰਦਾ, ਲੋਕਾਂ ਨਾਲ ਹੀਰੇ ਫੇਰੀਆਂ ਕਰਦਾ, ਤੇ ਇਸ ਕਰਕੇ ਮੈਂ ਤੇਰੇ ਘਰ ਰੋਟੀ ਨਹੀਂ ਖਾਧੀ। ਤੂੰ ਜੇ ਦਸਾਂ ਨੌ ਦੀ ਕਿਰਤ ਕਰੂੰਗਾ, ਮਿਹਨਤ ਦੀ ਕਮਾਈ ਕਰੂੰਗਾ, ਮੈਂ ਤੇਰੇ ਘਰ ਖੁਸ਼ੀ ਲੰਗਰ ਛਕਾਂਗਾ। ਸੋ ਅੱਜ ਵੀ ਸਾਡੇ ਸਮਾਜ ਦੇ ਵਿੱਚ ਅਸੀਂ ਲੋਕ ਪੈਸੇ ਦੀ ਦੌੜ ਦੇ ਵਿੱਚ ਅਸੀਂ ਸਿਰਫ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਹਾਂ, ਨਸ਼ੇ ਵੇਚਦੇ ਪਏ ਹਾਂ, ਲੋਕਾਂ ਨਾਲ ਹੇਰੀਆਂ ਫੇਰੀਆਂ ਕਰਦੇ ਪਏ ਹਾਂ, ਲੋਕਾਂ ਦੀ ਜੇਬਾਂ ਕੱਟਦੇ ਪਏ ਹਾਂ, ਲੋਕਾਂ ਨਾਲ ਧੋਖਾਧੜੀ ਕਰਦੇ ਪਏ ਹਾਂ। ਜੇ ਅਸੀਂ ਇਹੋ ਜਿਹੀ ਕਮਾਈ ਲੈ ਕੇ ਆਪਣੇ ਘਰੇ ਲੈ ਕੇ ਆਵਾਂਗੇ ਤਾਂ ਉਹਦਾ ਭੁਗਤਾਨ ਕਿਹਨੂੰ ਕਰਨਾ ਪਵੇਗਾ? ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰ ਨੂੰ ਭੁਗਤਾਨ ਕਰਨਾ ਪਵੇਗਾ। ਜੇ ਤੁਸੀਂ ਬੇਈਮਾਨੀ ਦੀ ਕਮਾਈ ਇਕੱਠੀ ਕਰੋਗੇ, ਨਸ਼ੇ ਵੇਚੋਗੇ, ਗਲਤ ਕੰਮ ਕਰੋਗੇ, ਹਨਾ, ਤਾਂ ਤੁਹਾਡੇ ਘਰ ਕਿਹੜਾ ਸੰਤ ਮਹਾਂਪੁਰਸ਼ ਆਵੇਗਾ? ਕਿਹੜਾ ਤੁਹਾਡੀ ਰੋਟੀ ਖਾਵੇਗਾ ਆ ਕੇ? ਕਿਉਂਕਿ ਸੰਤ ਮਹਾਂਪੁਰਸ਼ ਫਕੀਰ ਤਾਂ ਇੱਕ ਪ੍ਰੇਮ ਦੇ ਭੁੱਖੇ ਹੁੰਦੇ ਆ, ਹਨਾ। ਉਹਨਾਂ ਨੇ ਤੁਹਾਡੀ ਸ਼ਰਧਾ ਭਾਵਨਾ ਦੇਖਣੀ, ਤੁਹਾਡਾ ਪ੍ਰੇਮ ਦੇਖਣਾ ਹੁੰਦਾ, ਤੁਹਾਡਾ ਭਾਵ ਦੇਖਣਾ ਹੁੰਦਾ ਉਹਨਾਂ ਨੇ। ਤਾਂ ਉਹਨਾਂ ਨੂੰ ਗਰੀਬੀ ਅਮੀਰੀ ਨਾਲ ਕੋਈ ਮਤਲਬ ਨਹੀਂ ਹੁੰਦਾ। ਇਸ ਲਈ ਆਪਣੀ ਦਸਾਂ ਨੌ ਦੀ ਕਿਰਤ ਇਕੱਠੀ ਕਰੋ, ਦਸਾਂ ਨੌ ਦੀ ਕਿਰਤ ਕਰੋ, ਆਪਣੀ ਮਿਹਨਤ ਕਰੋ। ਮਿਹਨਤ ਕਰਕੇ ਤੁਸੀਂ ਧਨ ਲਿਆਓਗੇ, ਉਹ ਜਿਹਾ ਤੁਹਾਡਾ ਅੰਨ ਹੋਵੇਗਾ। ਜਿਹੋ ਜਿਹਾ ਤੁਸੀਂ ਆਟਾ ਘਰੇ ਲਿਆਓਗੇ, ਆਟਾ ਲਿਆ ਕੇ ਬਣਾਓਗੇ, ਜਿਹੋ ਜਿਹਾ ਧਨ ਉਹੋ ਜਿਹਾ ਅੰਨ। ਫਿਰ ਜਿਹੋ ਜਿਹਾ ਤੁਸੀਂ ਅੰਨ ਖਾਓਗੇ, ਉਹ ਜਿਹਾ ਤੁਹਾਡਾ ਮਨ ਹੋਵੇਗਾ। ਠੀਕ ਹੈ ਨਾ? ਹੁਣ ਤੁਸੀਂ ਬੇਈਮਾਨੀ ਦੀ ਕਮਾਈ ਇਕੱਠੀ ਕਰਕੇ ਘਰੇ ਲਿਆਓਗੇ, ਉਹਦਾ ਭੁਗਤਾਨ ਕਿਹਨੂੰ ਕਰਨਾ ਪੈਣਾ? ਤੁਹਾਨੂੰ ਹੀ ਕਰਨਾ ਪੈਣਾ ਆ। ਤੁਸੀਂ ਅੱਜ ਸਮਾਜ ਵਿੱਚ ਦੇਖਦੇ ਪਏ ਆ, ਹਰ ਘਰ ਨਸ਼ਾ ਵਿਕਦਾ ਪਿਆ ਆ। ਲੋਕ ਪੈਸੇ ਦੀ ਦੌੜ ਦੇ ਵਿੱਚ ਇਹ ਨਹੀਂ ਦੇਖਦੇ ਅਸੀਂ ਨਸ਼ਾ ਵੇਚਦੇ ਪਏ ਆ, ਕਿਸੇ ਦਾ ਘਰ ਖਰਾਬ ਕਰਦੇ ਪਏ ਆ। ਠੀਕ ਹੈ ਨਾ? ਅੱਜ ਅਸੀਂ ਕਿਸੇ ਲਈ ਟੋਇਆ ਪੱਟਦੇ ਪਏ ਆ, ਕੱਲ੍ਹ ਨੂੰ ਅਸੀਂ ਉਸ ਟੋਏ ਦੇ ਵਿੱਚ ਗਿਰਨਾ ਆ। ਜੇ ਅੱਜ ਅਸੀਂ ਕਿਸੇ ਦਾ ਬੁਰਾ ਕਰਦੇ ਪਏ ਆ ਤਾਂ ਸਾਡਾ ਭਲਾ ਕਿੱਦਾਂ ਹੋਵੇਗਾ? ਤਾਂ ਸਾਡਾ ਭਲਾ ਕਿੱਦਾਂ ਹੋ ਸਕਦਾ ਆ? ਫਿਰ ਦੂਸਰੀ ਗੱਲ ਇਹ ਕਿ ਇੱਕ ਸ਼ਹਿਰ ਦੇ ਵਿੱਚ ਜਾਣ ਦਾ, ਇੱਕ ਪਿੰਡ ਦੇ ਵਿੱਚ ਪਟਿਆਲੇ ਵੱਲ ਜਾਣ ਦਾ ਮੌਕਾ ਮਿਲਿਆ ਤਾਂ ਉਸ ਜੋ ਪਿੰਡ ਦੇ ਲੋਕ ਨੇ ਸਾਰੇ ਨਸ਼ੇ ਹੀ ਵੇਚਦੇ ਪਏ ਨੇ, 2 ਨੰਬਰ ਦਾ ਸਾਰੇ ਕੰਮ ਕਰਦੇ ਪਏ। ਹੁਣ 2 ਨੰਬਰ ਦਾ ਸਾਰੇ ਕੰਮ ਕਰਦੇ ਪਏ ਆ, ਬੇਈਮਾਨੀ ਦੀ ਕਮਾਈ ਕਰਦੇ ਆ, ਨਸ਼ੇ ਵੇਚਦੇ ਪਏ ਆ,
ਤੇ ਉਹ ਜਿਹੜੀ ਕਮਾਈ ਲਿਆ ਕੇ ਘਰੇ ਲੈ ਕੇ ਆਉਂਦੇ ਆ, ਉਹਦਾ ਭੁਗਤਾਨ ਕਿਹਨੂੰ ਕਰਨਾ ਪੈਣਾ? ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ। ਅੱਜ ਤੁਹਾਨੂੰ ਪੈਸੇ ਆਉਂਦੇ ਤਾਂ ਚੰਗੇ ਲੱਗਦੇ ਪਏ ਆ ਕਿ ਇੱਧਰੋਂ ਵੀ ਪੈਸਾ ਆ ਰਿਹਾ, ਉੱਧਰੋਂ ਵੀ ਪੈਸਾ ਆ ਰਿਹਾ, ਹਨਾ। ਵਧੀਆ 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 ਗੱਡੇ 'ਚ ਘੁੰਮਦੇ ਪਏ ਆ, ਕੋਠੀਆਂ ਬਣ ਗਈਆਂ, ਕਾਰਾਂ ਆ ਗਈਆਂ ਘਰੇ। ਪਰ ਇਹਦਾ ਭੁਗਤਾਨ ਕਿਹਨੂੰ ਕਰਨਾ ਪੈਣਾ? ਤੁਹਾਨੂੰ ਭੁਗਤਾਨ ਕਰਨਾ ਪੈਣਾ, ਤੁਹਾਡੇ ਬੱਚਿਆਂ ਨੂੰ ਭੁਗਤਾਨ ਇਹਦਾ ਕਰਨਾ ਪੈਣਾ। ਠੀਕ ਹੈ ਨਾ? ਤਾਂ ਤੁਹਾਡੇ ਘਰ ਦੇ ਵਿੱਚ ਕਿੱਦਾਂ ਕੋਈ ਸੰਤ ਮਹਾਂਪੁਰਖ ਫਕੀਰ ਆਵੇਗਾ? ਕਿੱਦਾਂ ਤੁਹਾਡੇ ਘਰ ਵਿੱਚ ਲੰਗਰ ਛਕੇਗਾ ਆ ਕੇ? ਤੁਸੀਂ ਦਸਾਂ ਨੌ ਦੀ ਕੀਰਤ ਕਰੋਗੇ, ਤੁਸੀਂ ਪ੍ਰੇਮ ਕਰੋਗੇ, ਰੋਜ਼ ਭਗਤੀ ਕਰੋਗੇ, ਹਨਾ, ਰੋਜ਼ ਸਿਮਰਨ ਕਰੋਗੇ, ਹਨਾ। ਕਿੱਦਾਂ ਨਹੀਂ ਤੁਹਾਡੇ ਘਰ ਸੰਤ ਮਹਾਂਪੁਰਖ ਆ ਕੇ ਲੰਗਰ ਛਕੇਗਾ? ਆਪੇ ਤੁਹਾਡੇ ਵੱਲ ਖਿੱਚਿਆ ਚਲੇ ਆਏਗਾ, ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ। ਤੁਹਾਡੇ ਘਰ ਆ ਕੇ ਅਲਖ ਜਗਾਏਗਾ ਉਹ, ਬਾਰ-ਬਾਰ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ। ਪਰ ਤੁਹਾਡੀ ਕਮਾਈ ਬੇਈਮਾਨੀ ਦੀ ਕਮਾਈ ਆ। ਤੁਸੀਂ ਨਸ਼ੇ ਵੇਚਦੇ ਹੋ, ਲੋਕਾਂ ਦੀ ਹੇਰਾ ਫੇਰੇ ਕਰਦੇ ਹੋ, ਲੋਕਾਂ ਨੂੰ ਵਿਆਜਾਂ ਤੇ ਪੈਸੇ ਦਿੰਦੇ ਹੋ, ਹਨਾ ਹਨਾ। ਤੇ ਇਹੋ ਜਿਹੀ ਕਮਾਈ ਤੁਸੀਂ ਲਿਆ ਕੇ ਘਰੇ ਰਾਸ਼ਨ ਲੈ ਕੇ ਆਉਂਦੇ ਹੋ, ਹਨਾ, ਅੰਨ ਰੋਟੀ ਪਾਣੀ ਬਣਾਉਂਦੇ ਹੋ, ਉਹਦਾ ਭੁਗਤਾਨ ਕਿਹਨੂੰ ਕਰਨਾ ਪੈਣਾ? ਫਿਰ ਤੁਸੀਂ ਕਦੇ ਲਾਲਾ ਲਪੀ ਦੀ ਸੇਵਾ ਕਰਦੇ ਹੋ, ਕਦੇ ਕਿਸੇ ਕਾਲੀ ਮਾਤਾ ਦੀ ਸੇਵਾ ਕਰਦੇ ਹੋ, ਕਿਸੇ ਦੇਵੀ ਦੇਵਤੇ ਦੀ ਸੇਵਾ ਕਰਦੇ ਹੋ, ਪੀਰਾਂ ਫਕੀਰਾਂ ਦੀ ਤੁਸੀਂ ਸੇਵਾ ਕਰਦੇ ਹੋ। ਘਰ ਵਿੱਚ ਤੁਸੀਂ ਇੰਨੇ ਸੋਹਣੇ ਸੋਹਣੇ ਮੰਦਿਰ ਬਣਾਏ ਹੋਏ ਆ, ਘਰ ਇੰਨੇ ਸੋਹਣੇ ਸੋਹਣੇ ਤੁਸੀਂ ਰੋਜ਼ੇ ਬਣਾਏ ਹੋਏ ਆ, ਘਰ 'ਚ ਇੰਨੇ ਇੰਨੇ ਸੋਹਣੇ ਤੁਸੀਂ ਪਰਮਾਤਮਾ ਦੇ ਸਥਾਨ ਬਣਾਏ ਹੋਏ ਆ। ਪਰ ਤੁਹਾਡੇ ਕਰਮ ਕਿੱਦਾਂ ਦੇ ਆ? ਇਹ ਤੁਹਾਡੀ ਭਗਤੀ ਕਿੱਦਾਂ ਦੀ ਭਗਤੀ ਤੁਹਾਡੀ ਆ? ਤੁਸੀਂ ਸੋਚਦੇ ਮੈਂ ਇਸ ਘਰ ਵਿੱਚ ਸੋਹਣਾ ਮੰਦਿਰ ਬਣਾਉਂਗਾ, ਹਨਾ, ਸੋਹਣਾ ਰੋਜ਼ਾ ਬਣਾਉਂਗਾ, ਜਾਂ ਮੈਂ ਦੇਵੀ ਦੇਵਤੇ ਦੀ ਸੇਵਾ ਕਰੂੰਗਾ। ਉਹ ਸਾਡਾ ਬੇਈਮਾਨੀ ਵਿੱਚ ਸਾਥ ਦੇਣਗੇ? ਉਹ ਕਦੇ ਤੁਹਾਡਾ ਸਾਥ ਨਹੀਂ ਦੇਣਗੇ। ਤੁਹਾਡੇ ਗੁਰੂ ਨੇ ਵੀ ਤੁਹਾਡਾ ਸਾਥ ਨਹੀਂ ਦੇਣਾ ਆ। ਤੁਸੀਂ ਦਸਾਂ ਨੌ ਦੀ ਕਿਰਤ ਕਰੋਗੇ, ਤੁਸੀਂ ਮਿਹਨਤ ਦੀ ਕਮਾਈ ਕਰੋਗੇ, ਰੋਜ਼ ਸਿਮਰਨ ਅਭਿਆਸ ਕਰੋਗੇ, ਗੁਰੂ ਤੁਹਾਡੀ ਪਲ ਪਲ ਸਹਾਇਤਾ ਕਰੇਗਾ। ਗੁਰੂ ਤੁਹਾਡੇ ਹਰ ਪਲ ਤੁਹਾਡੀ ਸਹਾਇਤਾ ਕਰੇਗਾ, ਤੁਹਾਡੇ ਹਰ ਟਾਈਮ ਤੁਹਾਡੇ ਨਾਲ ਰਹੇਗਾ। ਹੁਣ ਤੁਸੀਂ ਲੋਕ ਭਗਤੀ ਕਰਦੇ ਹੋ, ਹਨਾ, ਉਹ ਕਿਸੇ ਨੂੰ ਹਾਜ਼ਰੀ ਆਉਂਦੀ ਹੈ, ਕੋਈ ਕਿਸੇ ਨੂੰ ਪਾਉਣ ਆਉਂਦੀ ਆ, ਘਰ ਵਿੱਚ 10 ਜਣੇ 10 ਜਣੇ ਖੇਲਦੇ ਪਏ ਆ, ਹਨਾ। ਕੋਈ ਕਿਸੇ ਨੂੰ ਮਾਂ ਮਾਈ ਦੀ ਕਿਸੇ ਦੇ ਮਿਹਰ ਦਾ, ਕਿਸੇ ਦੇ ਪੀਰਾਂ ਫਕੀਰਾਂ ਦੀ ਮਿਹਰ ਆ, ਕਦੇ ਕਿਸੇ ਦੀ ਮਿਹਰ ਆ। ਪਰ ਕੰਮ ਕਿਹੜੇ ਕਰਦੇ ਆ? ਨਸ਼ੇ ਵੇਚਦੇ ਪਏ ਆ, ਦਾਰੂ ਵੇਚਦੇ ਪਏ ਆ, ਗਲਤ ਕੰਮ ਕਰਦੇ ਪਏ ਆ। ਇਹ ਭਗਤੀ ਨਹੀਂ ਹੋਈ। ਅਸੀਂ ਭਗਤੀ ਨਹੀਂ ਕਰਦੇ, ਇਹ ਵਪਾਰ ਕਰਦੇ ਪਏ ਅਸੀਂ। ਇਹਦਾ ਭੁਗਤਾਨ ਤੁਹਾਨੂੰ ਹੀ ਕਰਨਾ ਪੈਣਾ ਆ। ਤੁਸੀਂ ਸੋਚਦੇ ਆ ਕਿ ਮੇਰੇ ਤੇ ਬਾਬੇ ਦੀ ਕਿਰਪਾ ਹੋਊਗੀ, ਮਹਾਮਾਈ ਦੀ ਕਿਰਪਾ ਹੋਊਗੀ, ਪੀਰਾਂ ਫਕੀਰਾਂ ਦੀ ਕਿਰਪਾ ਹੋਊਗੀ, ਗੁਰੂ ਮਹਾਰਾਜ ਦੀ ਕਿਰਪਾ ਹੋਊਗੀ, ਮੈਂ ਜਿਹੜੇ ਮਰਜ਼ੀ 2 ਨੰਬਰ ਦੇ ਕੰਮ ਕਰਾਂ, ਮੇਰੀ ਜਾਇਜ਼ਾ ਘਰ ਹੋਵੇਗੀ, ਮੈਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ। ਨਾ 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 ਨਾ, ਇਹੋ ਜਿਹਾ ਕੁਛ ਵੀ ਹੈ ਨਹੀਂ। ਜਾਇਜ਼ਾ ਤੁਸੀਂ ਕਰਮ ਕਰੋਗੇ, ਉਹ ਜਿਹਾ ਤੁਹਾਨੂੰ ਫਲ ਮਿਲਣਾ ਹੀ ਮਿਲਣਾ ਆ। ਤੁਸੀਂ ਕੰਡੇ ਬੀਜੋਗੇ ਤਾਂ ਤੁਹਾਨੂੰ ਕੰਡੇ ਹੀ ਮਿਲਣੇ ਆ। ਤੁਸੀਂ ਅੱਜ ਕਿੱਕਰ ਬੀਜੋਗੇ ਤਾਂ ਉੱਥੇ ਅੰਬ ਲੱਗਣ ਵਾਲੇ ਨਹੀਂ ਹੈਗੇ ਆ। ਹਜੇ ਵੀ ਸਮਾਂ ਆ। ਆਪਣੀ ਕਮਾਈ ਨੂੰ ਆਪਣਾ ਰਸਤਾ ਬਦਲ ਲਵੋ। ਇਹ ਜੇ ਨਸ਼ੇ ਛੱਡ ਕੇ, ਨਸ਼ੇ ਵੇਚਣਾ ਛੱਡ ਕੇ, दारू ਵੇਚਣਾ ਛੱਡ ਕੇ, ਪੁੱਠੇ ਸਿੱਧੇ ਕੰਮ ਕਰਨਾ ਛੱਡ ਕੇ ਅੱਛੇ ਪਾਸੇ ਲੱਗ ਜਾਓ। ਆਪਣੇ ਤੁਸੀਂ ਗੁਰੂ ਨੂੰ ਵੀ ਬਦਨਾਮ ਕਰਦੇ ਹੋ, ਆਪਣੇ ਪੀਰਾਂ ਫਕੀਰਾਂ ਨੂੰ, ਦੇਵੀ ਦੇਵਤਿਆਂ ਨੂੰ ਤੁਸੀਂ ਬਦਨਾਮ ਕਰਦੇ ਹੋ। ਇਹ ਜੋ ਭਗਤੀ ਆ, ਸਿਮਰਨ ਆ, ਇਹ ਬੰਦਗੀ ਆ, ਇਹ ਤੁਹਾਡੇ ਸੰਸਾਰ ਦੇ ਕੰਮਾਂ ਵਾਸਤੇ ਨਹੀਂ ਹੈਗੇ, ਹਨਾ। ਕਿ ਤੁਸੀਂ 2 ਨੰਬਰ ਦੇ ਕੰਮ ਕਰੋਗੇ, ਤੁਸੀਂ ਨਸ਼ੇ ਵੇਚੋਗੇ, ਤੁਹਾਡੇ ਪੀਰ ਫਕੀਰ ਤੁਹਾਡੀ ਸਹਾਇਤਾ ਕਰੋਗੇ। ਅੱਜ ਤੁਹਾਨੂੰ ਆਂਦੇ ਪੈਸੇ ਚੰਗੇ ਲੱਗਦੇ ਆ, ਕੱਲ੍ਹ ਨੂੰ ਤੁਹਾਡੀ ਜ਼ਮਾਨਤਾਂ ਨਹੀਂ ਹੋਣੀਆਂ, ਸਾਰੀ ਉਮਰ ਜੇਲ੍ਹਾਂ ਵਿੱਚ ਕੱਟੀ ਜਾਣੀਆਂ। ਫਿਰ ਕੀ ਕਰੋਗੇ ਤੁਸੀਂ? ਫਿਰ ਕਿਹਨੂੰ ਦੁੱਖ ਦੱਸੋਗੇ? ਫਿਰ ਤੁਸੀਂ ਸੁਖਣਾ ਸੁਖੋਗੇ, ਹੈਂ, ਮੈਂ ਬੱਕਰਾ ਚੜਾ ਦੂੰਗਾ, ਮੈਂ ਬੱਕਰੇ ਦੀ ਆਹ ਦੇ ਦੂੰਗਾ, ਮੈਂ ਆਹ ਬਲੀ ਦੇ ਦੂੰਗਾ, ਮੈਂ ਆਹ ਚੜਾਊਂਗਾ, ਮੇਰੀ ਜ਼ਮਾਨਤ ਹੋ ਜਾਵੇ। ਇੱਦਾਂ ਕਿੱਦਾਂ ਜ਼ਮਾਨਤ ਹੋ ਜਾਏਗੀ? ਬੇਈਮਾਨੀ ਤੁਸੀਂ ਕਰਦੇ ਹੋ, ਠੱਗੀਆਂ ਤੁਸੀਂ ਮਾਰਦੇ ਹੋ, ਹੋਰ ਹੇਰਾ ਫੇਰੀਆਂ ਤੁਸੀਂ ਕਰਦੇ ਹੋ, ਨਸ਼ੇ ਤੁਸੀਂ ਵੇਚਦੇ ਹੋ, 2 ਨੰਬਰ ਦੇ ਕੰਮ ਤੁਸੀਂ ਕਰਦੇ ਹੋ, ਹਨਾ। ਤੇ ਬਲੀਆਂ ਤੁਸੀਂ ਬੱਕਰੀ ਦੇ ਰਹੇ ਆ, ਮੁਰਗਿਆਂ ਦੀ ਬਲੀਆਂ ਦੇ ਰਹੇ ਆ। ਉਹਨਾਂ ਦਾ ਕੀ ਕਸੂਰ ਆ? ਉਹਨਾਂ ਨੇ ਕੀ ਤੁਹਾਡਾ ਵਿਗਾੜਿਆ? ਬੇਜ਼ੁਬਾਨਾਂ ਜਾਨਵਰਾਂ ਨੇ, ਹੈਂ। ਗਲਤ ਕੰਮ ਤੁਸੀਂ ਕਰਦੇ ਹੋ, ਬੇਈਮਾਨੀਆਂ ਤੁਸੀਂ ਕਰਦੇ ਹੋ, ਹੈਨਾ, ਸੁੱਖ ਸ਼ਾਂਤੀ ਦੇ ਲਈ, ਹੈਨਾ। ਤੇ ਤੁਸੀਂ ਬਲੀਆਂ ਦੇਈ ਜਾ ਰਹੇ ਹੋ, ਬੱਕਰਿਆਂ ਦੀਆਂ, ਮੁਰਗਿਆਂ ਦੀ ਬਲੀ ਦੇਈ ਜਾ ਰਹੇ ਹੋ। ਉਹਦਾ ਭੁਗਤਾਨ ਕਿਹਨੂੰ ਕਰਨਾ ਪੈਣਾ? ਤੁਹਾਨੂੰ ਹੀ ਕਰਨਾ ਪੈਣਾ। ਤੁਸੀਂ ਕਦ ਤੱਕ ਆਪਣੇ ਆਪ ਨੂੰ ਧੋਖਾ ਦਿੰਦੇ ਰਹੋਗੇ? ਕਦੋਂ ਤੱਕ ਤੁਸੀਂ ਆਪਣੀ ਨਜ਼ਰਾਂ 'ਚ ਗਿਰਦੇ ਰਹੋਗੇ?
ਹਜੇ ਵੀ ਸਮਾਂ ਆ, ਆਪਣੇ ਆਪ ਨੂੰ ਸੁਧਾਰ ਲਵੋ। ਹਜੇ ਵੀ ਸਮਾਂ ਆਪਣੇ ਆਪ ਸੁਧਾਰ ਲਓ। ਜੇ ਤੁਸੀਂ ਘਰਾਂ ਦੇ ਵਿੱਚ ਇੰਨੇ ਸੋਹਣੇ ਸੋਹਣੇ ਰੋਜੇ ਬਣਾਏ ਆ, ਇੰਨੇ ਸੋਹਣੇ ਸੋਹਣੇ ਮੰਦਿਰ ਬਣਾਏ ਘਰਾਂ ਦੇ ਵਿੱਚ, ਇੰਨੇ ਸੋਹਣੇ ਸੋਹਣੇ ਪ੍ਰਮਾਤਮਾ ਦੇ, ਦੇਵੀ ਦੇਵਤਾਂ ਦੇ, ਗੁਰੂ ਪੀਰਾਂ ਦੇ ਸਥਾਨ ਬਣਾਏ ਆ, ਉਹਨਾਂ ਦੀ ਇੱਜ਼ਤ ਰੱਖਿਆ ਕਰੋ। ਉਹਨਾਂ ਦੀ ਆਪਣਾ ਵੱਧ ਤੋਂ ਵੱਧ ਸਮਾਂ ਉਹਦੀ ਯਾਦ 'ਚ ਬਿਤਾਓ, ਵੱਧ ਤੋਂ ਵੱਧ ਸਿਮਰਨ ਕਰੋ, ਬੰਦਗੀ ਕਰੋ, ਆਪਣਾ ਰਾਸਤਾ ਸਹੀ ਕਰੋ ਆਪਣਾ। ਔਰ ਭੁੱਲਾ ਚੁੱਕਾ ਮਾਫੀਆਂ ਮੰਗ ਕੇ ਕਿ ਗੁਰੂਦੇਵ हे ਸੱਚੇ ਪਾਤਸ਼ਾਹ, ਮੇਰੇ ਕੋ ਅਣਜਾਣੇ 'ਚ ਬਹੁਤ ਗਲਤੀਆਂ ਹੋ ਗਈਆਂ, ਜਾਣ ਬੁੱਝ ਕੇ ਹੀ ਬਹੁਤ ਗਲਤੀਆਂ ਹੋ ਗਈਆਂ, ਪਰ ਮੈਨੂੰ ਮਾਫ ਕਰ ਦਿਓ ਕਿ ਅੱਗੇ ਤੋਂ ਮੈਂ ਕਰਮ ਗਲਤ ਕੰਮ ਨਾ ਕਰਾਂ। ਤੁਸੀਂ ਇਹੋ ਜਿਹੀ ਕਿਰਪਾ ਕਰੋ। ਪਰ ਅਸੀਂ ਲੋਕ ਦੇਵ ਦੇਵਤਿਆਂ ਨੂੰ, ਪੀਰਾਂ ਫਕੀਰਾਂ ਨੂੰ ਸਿਰਫ ਇਹੋ ਜਿਹੇ ਬੇਈਮਾਨੀ ਦੀ ਕਮਾਈ ਕਰਨ ਵਾਸਤੇ ਰੱਖਿਆ ਹੋਇਆ ਹੈ। ਇਦਾਂ ਤੁਹਾਡੀ ਗੱਲ ਬਣਨ ਵਾਲੀ ਨਹੀਂ ਹੈਗੀ। ਆਪਣੇ ਗੁਰੂ ਦਾ ਨਿਰਾਦਰ ਵੀ ਨਾ ਕਰੋ। ਗੁਰੂ ਦੀ ਸ਼ੋਭਾ ਅਸੀਂ ਕੀ ਬਣਾਉਣੀ ਆ, ਤੇ ਗੁਰੂ ਦੀ ਆਪਾਂ ਬਦਨਾਮੀ ਕਰੀ ਜਾ ਰਹੇ ਆਪਾਂ। ਹਜੇ ਵੀ ਸਮਾਂ ਆ, ਆਪਣੇ ਆਪ ਨੂੰ ਸੁਧਾਰ ਲਵੋ। ਇਮਾਨਦਾਰੀ ਦੀ ਰੋਟੀ ਖਾਓ, ਆਪਣੀ ਮਿਹਨਤ ਦੀ ਰੋਟੀ ਖਾਓ, ਦਸਾਂ ਨੌ ਦੀ ਕਿਰਤ ਕਰੋ। ਜੇ ਤੁਸੀਂ ਆਪਣੇ ਘਰਾਂ ਵਿੱਚ ਸੰਤਾਂ ਮਹਾਂਪੁਰਸ਼ਾਂ ਦੇ ਚਰਨ ਪਵਾਉਣਾ ਚਾਹੁੰਦੇ ਆ, ਆਪਣੇ ਘਰ ਦੇ ਵਿੱਚ ਪਰਮਾਤਮਾ ਦੇ ਚਰਨ ਪਵਾਉਣਾ ਚਾਹੁੰਦੇ ਆ, ਆਪਣੇ ਉਸ ਗੁਰੂ ਪੀਰਾਂ ਨੂੰ ਰੋਟੀ ਖਵਾਉਣਾ ਚਾਹੁੰਦੇ ਆ, ਤਾਂ ਆਪਣੀ ਕਮਾਈ ਸੱਚੀ ਕਰੋ, ਆਪਣੀ ਮਿਹਨਤ ਦੀ ਕਮਾਈ ਕਰੋ, ਦਸਾਂ ਨੌ ਦੀ ਕਿਰਤ ਕਰੋ। ਅੱਜ ਤੁਸੀਂ ਨਸ਼ੇ ਵੇਚਦੇ ਪਏ ਹੋ, ਪੈਸਾ ਤੁਹਾਨੂੰ ਲੱਗਦਾ ਕਿ ਇੱਧਰੋਂ ਆ ਰਿਹਾ ਉੱਧਰੋਂ ਆ ਰਿਹਾ ਹੈ ਨਾ, ਪਰ ਭੁਗਤਾਨ ਕਿਹਨੂੰ ਕਰਨਾ ਪੈਣਾ? ਤੁਹਾਨੂੰ ਹੀ ਕਰਨਾ ਪੈਣਾ ਆ। ਸੁੱਖ ਦੇ ਵਿੱਚ ਸਾਰੀ ਦੁਨੀਆ ਇਕੱਠੀ ਹੋ ਜਾਂਦੀ ਨਾਲ, ਸੁੱਖ ਦੇ ਵਿੱਚ ਆਂਢੀ ਗੁਆਂਢੀ ਦੋਸਤ ਮਿੱਤਰ ਸਾਰੇ ਖੜੇ ਹੋ ਜਾਂਦੇ ਆ, ਪਰ ਦੁੱਖ ਦੇ ਵਿੱਚ ਕੋਈ ਨਹੀਂ ਖੜਦਾ। ਦੁੱਖ ਦੇ ਵਿੱਚ ਤੁਹਾਨੂੰ ਹੀ ਭੁਗਤਾਨ ਕਰਨਾ ਪੈਣਾ, ਦੁੱਖ ਤੁਹਾਨੂੰ ਹੀ ਸਹਿਣਾ ਪੈਣਾ ਆ। ਦੁੱਖ ਦੇ ਵਿੱਚ ਕੋਈ ਨਹੀਂ ਸ਼ਾਮਲ ਹੁੰਦਾ ਆ, ਠੀਕ ਹੈ ਨਾ। ਜੇ ਤੁਸੀਂ ਬੇਈਮਾਨੀ ਦੀ ਕਮਾਈ ਕਰੋਗੇ, ਨਸ਼ੇ ਵੇਚੋਗੇ, ਦਾਰੂ ਵੇਚੋਗੇ, 2 ਨੰਬਰ ਦੀ ਕਮਾਈ ਕਰੋਗੇ, ਤੁਹਾਡੇ ਗੁਰੂ ਨੇ ਤੁਹਾਡਾ ਸਾਥ ਨਹੀਂ ਦੇਣਾ ਹੈਗਾ, ਨਾ ਪਰਮਾਤਮਾ ਨੇ ਸਾਥ ਦੇਣਾ ਹੈਗਾ, ਠੀਕ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ। ਹਜੇ ਵੀ ਸਮਾਂ ਆ, ਆਪਣੇ ਆਪ ਨੂੰ ਬਦਲ ਲਵੋ। ਅਸੀਂ ਲੋਕ, ਸਾਡੇ ਸਿਰ ਤੇ ਹਾਜ਼ਰੀ ਆਉਂਦੀਆਂ, ਕਦੇ ਲਾਲਾ ਵਾਲੇ ਪੀਰ ਦੀ ਹਾਜ਼ਰੀ ਆ ਰਹੀ ਆ, ਕਦੇ ਬਾਬਾ ਹੈਦਰ ਸ਼ੇਖ ਦੀ ਹਾਜ਼ਰੀ ਆ ਰਹੀ ਆ, ਕਦੇ ਸਾਡੇ ਮਹਾਮਾਈ ਸਾਡੇ ਸਿਰ ਤੇ ਹਾਜ਼ਰੀ ਆ ਰਹੀ ਆ, ਤੇ ਅਸੀਂ ਕਰਮ ਕਿਹੜੀ ਕਰਦੇ ਆ? ਖੋਟੇ ਕਰਮ ਕਰਦੇ ਪਏ ਆ, 2 ਨੰਬਰ ਦੀ ਕਮਾਈਆਂ ਕਰਦੇ ਪਏ ਆ। ਉਹ ਇਸ ਕੰਮਾਂ ਵਾਸਤੇ ਨਹੀਂ ਦੇਵ ਦੇਵਤੇ ਹੈਗੇ, ਪੀਰ ਫਕੀਰ ਐਸੇ ਕੰਮਾਂ ਵਾਸਤੇ ਨਹੀਂ ਹੈਗੇ। ਤੁਹਾਡੇ ਦੇਵ ਦੇਵਤੇ ਵਿਹਲੇ ਨੇ ਕਿ ਤੁਹਾਡੇ ਕੰਮਾਂ ਵਿੱਚ ਤੁਹਾਡਾ ਸਾਥ ਦੇਣ? ਕਿਸੇ ਨੇ ਸਾਥ ਨਹੀਂ ਦੇਣਾ ਤੁਹਾਡਾ ਹੈਗਾ। ਭਗਤੀ ਕਰਨੀ ਆ, ਭਗਤੀ ਜਿਹੜੀ ਕੀਤੀ ਜਾਂਦੀ ਆ, ਸਿਮਰਨ ਜਿਹੜਾ ਕੀਤਾ ਜਾਂਦਾ, ਬੰਦਗੀ ਜਿਹੜੀ ਕੀਤੀ ਜਾਂਦੀ ਆ, ਬੰਦਗੀ ਪਰਮਾਤਮਾ ਨੂੰ ਪਾਉਣ ਵਾਸਤੇ ਕੀਤੀ ਜਾਂਦੀ ਆ, ਆਪਣਾ ਜੀਵਨ ਸੁਧਾਰਨ ਵਾਸਤੇ ਕੀਤੀ ਜਾਂਦੀ ਆ, ਆਉਣ ਜਾਣ ਦੇ ਚੱਕਰ ਖਤਮ ਕਰਨ ਵਾਸਤੇ ਕੀਤੀ ਜਾਂਦੀ ਆ। ਭਗਤੀ ਸਦਾ ਸਦਾ ਦੇ ਸੁੱਖ ਆਨੰਦ ਲੈਣ ਵਾਸਤੇ ਕੀਤੀ ਜਾਂਦੀ ਆ। ਪਰ ਤੁਸੀਂ ਲੋਕ ਭਗਤੀਆਂ ਕਰਦੇ ਹੋ, ਦੇਵੀ ਦੇਵਤੇ ਪੂਜਾ ਕਰਦੇ ਹੋ 2 ਨੰਬਰ ਦੀ ਕਮਾਈ ਕਰਨ ਵਾਸਤੇ। ਤੁਹਾਡਾ ਭਲਾ ਕਿੱਥੋਂ ਹੋਵੇਗਾ? ਅੱਜ ਤੁਹਾਨੂੰ ਮਨੁੱਖੀ ਚੋਲਾ ਇਹ ਮਿਲਿਆ, ਇਹ ਜਨਮ ਮਿਲਿਆ ਆ, ਤਾਂ ਸ਼ੁਕਰਾਨਾ ਕਰੋ ਉਸ ਪਰਮਾਤਮਾ ਦਾ, ਉਸ ਗੁਰੂ ਮਹਾਰਾਜਾ ਸੰਤਾਂ ਮਹਾਂਪੁਰਸ਼ਾਂ ਦਾ ਸ਼ੁਕਰਾਨਾ ਕਰੋ, ਜਿਹਦੀ ਕਿਰਪਾ ਨਾਲ ਦਇਆ ਮੇਰ ਨਾਲ ਤੁਹਾਨੂੰ ਇਹ ਮਨੁੱਖੀ ਜਨਮ ਮਿਲਿਆ, ਇਨਸਾਨੀ ਜਾਮਾ ਮਿਲਿਆ ਆ। ਇਹਨੂੰ ਲੇਖੇ ਲਗਾਓ, ਸਿਮਰਨ ਕਰੋ, ਵੱਧ ਤੋਂ ਵੱਧ ਬੰਦਗੀ ਕਰੋ, ਭਗਤੀ ਕਰੋ ਆਪਣੀ। ਜੇ ਤੁਸੀਂ ਇਹੀ 2 ਨੰਬਰ ਦੀ ਕਮਾਈਆਂ ਕਰਦੇ ਰਹੇ, ਨਸ਼ੇ ਵੇਚਦੇ ਰਹੇ, दारू ਵੇਚਦੇ ਰਹੇ, ਸੱਟੇ ਲਾਉਂਦੇ ਰਹੇ, 2 ਨੰਬਰ ਦੀ ਕਮਾਈਆਂ ਕਰਦੇ ਰਹੇ, ਤਾਂ ਇਹ ਜੀਵਨ ਤੁਹਾਨੂੰ ਦੁਬਾਰਾ ਨਹੀਂ ਮਿਲਣਾ। 84 ਲੱਖ ਜੋਨੀਆਂ ਤੁਹਾਨੂੰ ਭੁਗਣੀਆਂ ਪੈਣੀਆਂ, ਠੀਕ ਹੈ ਨਾ। ਇਹ ਕੁੱਤੇ ਬਿੱਲੇ ਤੁਹਾਨੂੰ ਬਣਨਾ ਪੈਣਾ, ਗਧੇ ਤੁਹਾਨੂੰ ਬਣਨਾ ਪੈਣਾ, ਖੋਤੇ ਤੁਹਾਨੂੰ ਬਣਨਾ ਪੈਣਾ। ਅੱਜ ਤੁਸੀਂ ਬੱਕਰੇ ਦੀ ਬਲੀ ਦੇ ਰਹੇ ਹੋ, ਕੱਲ੍ਹ ਨੂੰ ਤੁਹਾਨੂੰ ਬੱਕਰੇ ਬਣਨਾ ਪੈਣਾ। ਅੱਜ ਤੁਸੀਂ ਮੁਰਗੇ ਦੀ ਬਲੀ ਦੇ ਰਹੇ ਹੋ, ਕੱਲ੍ਹ ਤੁਹਾਨੂੰ ਮੁਰਗੇ ਬਣਨਾ ਪੈਣਾ, ਠੀਕ ਹੈ। ਕਰਨੀ ਆਪੋ ਆਪਣੀ, ਕੇ ਨੇੜੇ ਕਿਆ ਦੂਰ, ਹੈ ਨਾ। ਜਿੱਦਾਂ ਦਾ ਤੁਸੀਂ ਕਰੋਗੇ ਉਹ ਜਿਹਾ ਭੁਗਤਾਨ ਤੁਹਾਨੂੰ ਕਰਨਾ ਪੈਣਾ ਆ, ਠੀਕ ਹੈ। ਅੱਜ ਅਸੀਂ ਕਿਸੇ ਨੂੰ ਦੁੱਖ ਦੇ ਰਹੇ ਹਾਂ ਤਾਂ ਸਾਨੂੰ ਸੁੱਖ ਨਹੀਂ ਮਿਲਣ ਵਾਲਾ ਹੈਗਾ। ਉੱਥੇ ਗੁਰੂ ਨੇ ਤੁਹਾਡੇ ਸਾਥ ਨਹੀਂ ਦੇਣਾ ਹੈਗਾ, ਪਰਮਾਤਮਾ ਨੇ ਸਾਥ ਨਹੀਂ ਤੁਹਾਡਾ ਦੇਣਾ ਆ। ਹਜੇ ਵੀ ਸਮਾਂ ਆ, ਆਪਣੇ ਨੂੰ ਸੁਧਾਰ ਲਵੋ, ਆਪਣੇ ਰਾਸਤੇ ਬਦਲ ਲਵੋ। ਹਜੇ ਵੀ ਸਮਾਂ ਹੈਗਾ। ਜਿਹੋ ਜਿਹਾ ਧਨ ਉਹ ਜਿਹਾ ਅੰਨ, ਉਹ ਜਿਹਾ ਮਨ, ਠੀਕ ਹੈ। ਤੇ ਆਪਣੇ ਜੀਵਨ ਨੂੰ ਬਦਲ ਲਵੋ, ਦਸਾਂ ਨੌ ਦੀ ਕਿਰਤ ਕਰੋ, ਮਿਹਨਤ ਦੀ ਕਮਾਈ ਕਰੋ, ਠੀਕ ਹੈ। ਗੁਰੂ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈਗੀ, ਪੀਰਾਂ ਫਕੀਰਾਂ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈਗੀ।
10 ਨੂੰ ਕੱਲ ਜਾਣ ਦਾ ਮੌਕਾ ਮਿਲਿਆ ਨਾਭੇ ਵੱਲ। ਉੱਥੋਂ ਦੇਖਿਆ ਕਿ ਤਕਰੀਬਨ ਸਾਰੇ ਬਾਬੇ ਹੀ ਆ ਉੱਥੇ, ਹਨਾ। ਹਰ ਘਰ ਦੇ ਵਿੱਚ ਬਾਬੇ ਨੇ, ਘਰ ਘਰ ਬਾਬੇ ਨੇ ਬਣੇ ਫਿਰਦੇ ਨੇ, ਘਰ ਘਰ ਬਾਬੇ ਨੇ। ਜਿੱਦਾਂ ਕਹਿੰਦੇ ਨੇ ਇੱਟ ਪੁੱਟ ਤੇ ਸਿੰਗਰ ਨਿਕਲਦੇ ਹੁੰਦੇ ਸੀ, ਅੱਜ ਇੱਟ ਪੁੱਟ ਦੇ ਬਾਬੇ ਨਿਕਲਣੇ ਆ। ਹਜੇ ਤਾਂ ਬਹੁਤ ਘੱਟ ਬਾਬੇ ਆ, ਅੱਗੇ ਵਾਲਾ ਆਉਣ ਜਿਹੜਾ ਸਮਾਂ ਆ ਘਰ ਘਰ ਬਾਬੇ ਹੋਣੇ, ਘਰ ਘਰ ਬਾਬੇ ਹੋਣੇ। ਬਾਕੀ ਸਹੀ ਗੱਲ ਆ, ਕੱਲ ਜਾ ਕੇ ਦੇਖ ਲਿਆ ਕਿ ਘਰ ਘਰ ਹੀ ਬਾਬੇ ਆ। ਇੱਕ ਘਰ 6 ਜੀ ਆ ਤੇ 6 ਜੀ ਉਹ ਖੇਲਦੇ ਪਏ ਨੇ, ਹਨਾ। ਕੋਈ ਮਹਾਮਾਈ ਨੂੰ ਮੰਨਦਾ ਪਿਆ, ਕੋਈ ਲਾਲਾ ਵਾਲੇ ਪੀਰ ਨੂੰ ਮੰਨਦਾ ਪਿਆ, ਕੋਈ ਬਾਬਾ ਹੈਦਰ ਸ਼ੇਖ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ ਪਿਆ, ਕੋਈ ਮਸਾਣੀਆਂ ਨੂੰ ਮੰਨਦਾ ਪਿਆ, ਹਨਾ। ਪਰ ਕੰਮ ਉਹਨਾਂ ਦੇ ਗਏ ਗੁਜ਼ਰੇ ਕੰਮ, ਮਤਲਬ ਪਤਾ ਨਹੀਂ ਉਹਨੂੰ ਸ਼ਰਮ ਨਹੀਂ ਆਉਂਦੀ, ਉਹਨਾਂ ਨੂੰ ਆਉਂਦੀ ਕਿ ਅਸੀਂ ਕਰਮ ਕੀ ਕਰਦੇ ਪਏ ਹਾਂ। ਐਡੇ ਵੱਡੇ ਮਹਾਪੁਰਸ਼ਾਂ ਨਾਲ, ਐਡੇ ਵੱਡੇ ਵੱਡੇ ਗੁਰੂਆਂ ਨਾਲ ਸਾਡੀ ਯਾਰੀ ਆ, ਹਨਾ। ਅਸੀਂ ਉਹਨਾਂ ਦਾ ਸੰਗ ਕਰਦੇ ਪਏ ਹਾਂ। ਐਡੇ ਵੱਡੇ ਪੀਰਾਂ ਫਕੀਰਾਂ ਨਾਲ ਅਸੀਂ ਉਹਨਾਂ ਦੀ ਇਬਾਦਤ ਕਰਦੇ ਹਾਂ, ਰੋਜ਼ ਉਹਨਾਂ ਦੇ ਚਿਰਾਗ ਰੋਸ਼ਨ ਕਰਦੇ ਹਾਂ, ਰੋਜ਼ ਧੂਪ ਬੱਤੀਆਂ ਕਰਦੇ ਹਾਂ। ਅਸੀਂ ਉਹਨਾਂ ਨੂੰ ਕੀ ਕੰਮ ਕਰਾ ਰਹੇ ਹਾਂ? ਅਸੀਂ ਆਪਣਾ ਜੀਵਨ ਸੁਧਾਰਨ ਦੀ ਬਜਾਏ ਅਸੀਂ ਆਪਣਾ ਜੀਵਨ ਵਿਗਾੜੀ ਜਾ ਰਹੇ ਹਾਂ। ਇੱਕ ਦਿਨ ਕਹਿੰਦੇ ਨੇ 100 ਦਿਨ ਚੋਰ ਦਾ, ਹਨਾ, ਇੱਕ ਦਿਨ ਸਾਧ ਦਾ, ਕਹਿੰਦੇ ਨਾ। ਅੱਜ ਤੁਹਾਨੂੰ ਪੈਸੇ ਚੰਗੇ ਲੱਗਦੇ ਆ, ਕੱਲ ਜਦੋਂ ਇਹ ਪੈਸੇ ਦਾ ਭੁਗਤਾਨ ਕਰਨਾ ਨਾ ਤਾਂ ਬੜਾ ਔਖਾ ਹੋਣਾ, ਤੇ ਇਕੱਲੇ ਮੰਜੇ ਤੁਸੀਂ ਤੜਫਣਾ, ਫਿਰ ਤੁਸੀਂ ਦੁਹਾਈਆਂ ਦੇਣੀਆਂ ਪੈਣੀਆਂ। ਇਸ ਲਈ ਆਪਣੀ ਕਮਾਈ ਸ਼ੁੱਧ ਕਰੋ, ਦਸਾਂ ਨੌਂ ਦੀ ਕਿਰਤ ਕਰੋ, ਠੀਕ ਹੈ। ਜੇ ਆਪਣੇ ਤੁਸੀਂ ਗੁਰੂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ, ਗੁਰੂ ਨਾਲ ਤੁਸੀਂ ਪ੍ਰੇਮ ਕਰਦੇ ਹੋ, ਠੀਕ ਹੈ, ਗੁਰੂ ਲਈ ਕੁਛ ਕਰਨਾ ਚਾਹੁੰਦੇ ਹੋ, ਤਾਂ ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ, ਆਪਣੀ ਮਿਹਨਤ ਦੀ ਕਮਾਈ ਕਰੋ, ਦਸਾਂ ਨੌਂ ਦੀ ਕਿਰਤ ਕਰੋ, ਗੁਰੂ ਦਾ ਸਿਰ ਉੱਚਾ ਕਰੋ, ਨੀਵਾਂ ਨਾ ਕਰੋ ਇਹੋ ਜਿਹੇ ਕੰਮ ਕਰਕੇ। ਇੱਕ ਵਾਰੀ ਗੁਰੂ ਦਾ ਕਹਿਣਾ ਮੰਨ ਕੇ, ਗੁਰੂ ਦੇ ਕਹਿਣ ਅਨੁਸਾਰ ਬੰਦਗੀ ਕਰਕੇ ਤਾਂ ਦੇਖੋ, ਆਪਣਾ ਰਾਸਤਾ ਚੇਂਜ ਕਰਕੇ ਦੇਖੋ। ਇਹੋ ਜਿਹੇ ਦੁਨੀਆ ਵਿੱਚ ਸੱਚਾ ਸੌਦਾ ਕਿਤੇ ਨਹੀਂ ਹੈਗਾ ਆ। ਇੱਕ ਵਾਰ ਉਸ ਪ੍ਰਮਾਤਮਾ ਦੇ ਨਾਲ ਯਾਰੀ ਲਗਾ ਲਓ, ਇੱਕ ਵਾਰ ਉਹਨੂੰ ਸੱਚੇ ਦਿਲੋਂ ਆਪਣਾ ਦੋਸਤ ਬਣਾ ਕੇ ਦੇਖ ਲਓ। ਤੁਸੀਂ ਦੁਨੀਆ ਦੇ ਵਿੱਚ, ਤੁਸੀਂ ਪ੍ਰੈਕਟੀਕਲ ਤੁਹਾਡਾ ਅਨੁਭਵ ਆ, ਤੁਸੀਂ ਸੰਸਾਰ 'ਚ, ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਮੈਂ ਵੀ ਤੁਹਾਡੇ ਵਾਂਗੂ ਖਾਂਦਾ ਪੀਂਦਾ ਸੌਂਦਾ ਜਾਗਦਾ ਹਾਂ, ਹਨਾ। ਮੈਂ ਆਪਣਾ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ, ਪ੍ਰੈਕਟੀਕਲ ਜੋ ਅਨੁਭਵ ਮੇਰਾ ਹੁੰਦਾ ਤੁਹਾਡੇ ਨਾਲ ਸਾਂਝਾ ਕਰਦਾ, ਠੀਕ ਆ। ਔਰ ਤੁਸੀਂ ਸੰਸਾਰ ਦੇ ਵਿੱਚ ਆਪਾਂ ਕਿਸੇ ਦੇ 10 ਕੰਮ ਕਰਕੇ ਦੇਖੋ, ਹਨਾ, ਕਿਸੇ 10 ਕੰਮ ਕਰਕੇ ਦੇਖੋ, ਤੇ ਉਹ ਤੁਹਾਡੇ ਕਿੰਨੀ ਵਾਰ ਤੁਹਾਨੂੰ ਸੁਣਾਵੇਗਾ, ਹਨਾ। ਆਪਾਂ ਕਿਸੇ ਨੂੰ ਕੋਈ ਕੰਮ ਕਰਨੇ ਆ, ਹਨਾ, ਜੇ ਉਹ ਸਾਡਾ ਇੱਕ ਕੰਮ ਕਰ ਦੇਵੇ ਤਾਂ ਸਾਨੂੰ ਕਿੰਨੀ ਵਾਰ ਸੁਣਾਉਂਦਾ ਆ। ਸੰਸਾਰ ਦੇ ਵਿੱਚ ਆਪਾਂ ਦੋਸਤ ਮਿੱਤਰ ਨੂੰ, ਕਿਸੇ ਨੂੰ ਕੋਈ ਕੰਮ ਕਹਿੰਦੇ ਆ, ਕਿਸੇ ਲੀਡਰ ਨੂੰ ਕੰਮ ਕਹਿੰਦੇ ਆ, ਕਿਸੇ ਦੋਸਤ ਮਿੱਤਰ ਨੂੰ ਕੰਮ ਕਹਿੰਦੇ ਆ, ਜੇ ਉਹ ਸਾਡਾ ਇੱਕ ਕੰਮ ਕਰ ਦਿੰਦਾ ਤੇ ਉਹ ਸਾਨੂੰ ਬਾਰ-ਬਾਰ ਸੁਣਾਉਂਦਾ ਰਹਿੰਦਾ ਕਿ ਤੇਰੇ ਲਈ ਮੈਂ ਆਹ ਕੀਤਾ, ਤੇਰੇ ਲਈ ਮੈਂ ਉਹ ਕੀਤਾ। ਪਰ ਕਦੇ ਗੁਰੂ ਨਹੀਂ ਦੱਸਦਾ ਕਿ ਮੈਂ ਤੇਰੇ ਲਈ ਕੀ ਕੀਤਾ। ਉਹ ਤੁਹਾਡੇ ਹਜ਼ਾਰਾਂ ਕੰਮ ਤੁਹਾਡੇ ਕਰਦਾ ਆ, ਹਜ਼ਾਰਾਂ ਕੰਮ ਤੁਹਾਡੇ ਲਈ ਕਰਦਾ ਆ। ਇੱਕ ਵਾਰ ਗੁਰੂ ਨਾਲ ਯਾਰੀ ਲਗਾ ਕੇ ਦੇਖੋ, ਪਰਮਾਤਮਾ ਨਾਲ ਯਾਰੀ ਲਗਾ ਕੇ ਦੇਖੋ, ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈਗੀ। ਸੰਸਾਰ ਦੇ ਕੰਮ ਤੁਹਾਡੇ ਜਿਹੜੇ ਆਟੋਮੈਟਿਕ ਆਪਣੇ ਆਪ ਹੋਣ ਲੱਗ ਪੈਣੇ ਆ। ਪਰ ਪਹਿਲਾਂ ਉਹ ਜੋ ਕਹਿ ਰਿਹਾ, ਪਹਿਲਾਂ ਜੋ ਪਰਮਾਤਮਾ ਕਹਿ ਰਿਹਾ ਕਿ ਬੇਟੇ ਜੋ ਮੈਂ ਕਹਿ ਰਿਹਾ ਉਹ ਕਰ। ਪਰਮਾਤਮਾ ਕਹਿ ਰਿਹਾ, ਗੁਰੂ ਕਹਿ ਰਿਹਾ ਕਿ ਬੇਟੇ ਜੋ ਮੈਂ ਕਹਿ ਰਿਹਾ ਉਹ ਕਰ। ਇੱਕ ਦਿਨ ਉਹ ਸਮਾਂ ਆਵੇਗਾ ਜੋ ਤੂੰ ਕਹੇਗਾ ਮੈਂ ਉਹ ਕਰੂੰਗਾ, ਠੀਕ ਹੈ ਨਾ। ਇਸ ਲਈ ਰੋਜ਼ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ। ਇੱਕ ਵਾਰ ਗੁਰੂ ਨੂੰ ਖੁਸ਼ ਕਰ ਲਓ, ਸ਼ਬਦ ਰੂਪ ਦੇ ਵਿੱਚ ਆਪਣੇ ਗੁਰੂ ਨੂੰ ਪ੍ਰਗਟ ਕਰ ਲਓ। ਜੋ ਤੁਹਾਡਾ ਗੁਰੂ ਇੱਥੇ ਪ੍ਰਗਟ ਹੋ ਗਿਆ, ਗੁਰੂ ਇੱਥੇ ਹਾਜ਼ਰ ਨਾਜ਼ਰ ਹੋ ਗਿਆ, ਤਾਂ ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈਗੀ। ਸਾਰੇ ਕਾਰਜ ਤੁਹਾਡੇ ਆਪਣੇ ਆਪ ਹੁੰਦੇ ਰਹਿਣੇ ਆ, ਆਪਣੇ ਆਪ ਕਾਰਜ ਹੁੰਦੇ ਰਹਿਣੇ ਆ। ਤੁਹਾਡਾ ਕੰਮ ਆ ਸਿਮਰਨ ਕਰਨਾ, ਬੰਦਗੀ ਕਰਨਾ, ਠੀਕ ਹੈ। ਆਪਣੇ ਜੋ ਕਰਮ ਕਰਦੇ ਹੋ ਤੁਸੀਂ ਉਹ ਕਰਮ ਕਰੋ, ਆਪਣਾ ਅਭਿਆਸ ਵੀ ਨਾਲ ਨਾਲ ਸਿਮਰਨ ਕਰਦੇ ਰਹੋ। ਤੁਹਾਡੇ ਆਟੋਮੈਟਿਕ ਸਾਰੇ ਕੰਮ ਹੋਣਗੇ। ਤੁਹਾਨੂੰ ਇੰਨੀ ਤਕਲੀਫ ਚੱਕਣ ਦੀ ਲੋੜ ਨਹੀਂ ਹੈਗੀ, ਇੰਨੇ ਦੁੱਖ ਚੱਕਣ ਦੀ ਲੋੜ ਨਹੀਂ ਹੈਗੀ, ਇੰਨੇ ਕਸ਼ਟ ਚੱਕਣ ਦੀ ਲੋੜ ਨਹੀਂ ਹੈਗੀ। ਤੁਸੀਂ ਸੰਤਾਂ ਮਹਾਂਪੁਰਸ਼ਾਂ ਵੱਲ ਦੇਖਦੇ ਹੋ, ਇਤਿਹਾਸ ਪੜ੍ਹ ਕੇ ਦੇਖ ਲਓ ਪਿੱਛੇ ਜਿੰਨੇ ਸੰਤ ਮਹਾਂਪੁਰਸ਼ ਆਏ ਨੇ, ਹਨਾ।
ਬਾਬਾ ਨਾਮਦੇਵ ਜੀ ਬੈਠੇ ਸੀ ਤਾਂ ਰਾਜੇ ਨੇ ਉਹਨਾਂ ਨੂੰ ਕਹਿੰਦੇ ਹੀਰਿਆਂ ਦਾ ਜਿਹੜਾ ਉਹ ਮੰਜਾ ਦੇ ਦਿੱਤਾ ਸੀ ਬਾਬਾ ਨਾਮਦੇਵ ਜੀ ਨੂੰ, ਹਨਾ। ਤੇ ਉਹਨਾਂ ਨੇ ਚੱਕ ਕੇ ਪਿੱਛੇ ਨਦੀ ਵਿੱਚ ਸਿੱਟ ਦਿੱਤਾ ਸੀ ਕਿ ਸਿੱਟਦੇ ਵੀ। ਰਾਜੇ ਨੂੰ ਪਤਾ ਲੱਗਿਆ ਜਦੋਂ ਕਿ ਮੇਰਾ ਮੰਜਾ ਤਾਂ ਮੈਂ ਹੀਰੇ ਨਾਲ ਜੋੜ ਕੇ ਇੰਨਾ ਮਹਿੰਗਾ ਮੰਜਾ ਦਿੱਤਾ ਬਾਬਾ ਨਾਮਦੇਵ ਜੀ ਨੇ, ਉਹਨੇ ਨਦੀ ਵਿੱਚ ਸਿੱਟ ਦਿੱਤਾ। ਤੇ ਉਹ ਮੰਗਣ ਚੱਲ ਗਏ, ਹਨਾ, ਕਿ ਮੈਨੂੰ ਮੇਰਾ ਮੰਜਾ ਦਿਓ, ਮੈਂ ਉਹਦੇ ਨਾਲ ਦਾ ਹੋਰ ਬਣਾਉਣਾ ਆ। ਤਾਂ ਬਾਬਾ ਨਾਮਦੇਵ ਜੀ ਨੇ ਕਿਹਾ ਕਿ ਚੱਕ ਲੈ ਨਦੀ ਦੇ ਵਿੱਚੋਂ ਜਿਹੜਾ ਤੇਰਾ ਮੰਜਾ। ਜੋ ਨਦੀ ਵਿੱਚ ਗਿਆ ਤਾਂ ਉੱਥੇ ਉਹਦੇ ਨਾਲ ਦੇ ਪਤਾ ਨਹੀਂ ਹਜ਼ਾਰਾਂ ਹੀ ਮੰਜੇ ਸੀ, ਉਹਦੇ ਨਾਲ ਦੇ ਹੀਰਿਆਂ ਨਾਲ ਜੜੇ ਹੋਏ ਸੋਨੇ ਦੇ ਮੰਜੇ ਸੀ। ਤਾਂ ਜਿਹੜੇ ਭਗਤ ਹੁੰਦੇ ਨੇ, ਫਕੀਰ ਹੁੰਦੇ ਨੇ, ਸਾਧੂ ਸੰਤ ਮਹਾਂਪੁਰਸ਼ ਹੁੰਦੇ, ਗੁਰੂ ਹੁੰਦੇ ਨੇ, ਮਾਇਆ ਤਾਂ ਇਹਨਾਂ ਦੇ ਪਿੱਛੇ ਪਿੱਛੇ ਘੁੰਮਦੀ ਆ। ਠੀਕ ਆ, ਅਸੀਂ ਦੁਨਿਆਵੀ ਲੋਕ ਮਾਇਆ ਪਿੱਛੇ ਭੱਜਦੇ ਆ, ਹਨਾ। ਪਰ ਜਿਹੜੀ ਮਾਇਆ ਨਾ ਸਾਧੂ ਸੰਤਾਂ ਮਹਾਂਪੁਰਸ਼ਾਂ ਫਕੀਰਾਂ ਪਿੱਛੇ ਪਿੱਛੇ ਘੁੰਮਦੀ ਹੁੰਦੀ ਆ। ਉਹ ਤੁਸੀਂ ਲੋਕ ਪੈਸੇ ਦੇ ਪਿੱਛੇ ਭੱਜਦੇ ਹੋ। ਪੈਸੇ ਦੇ ਪਿੱਛੇ ਭੱਜਣ ਦੀ ਬਜਾਏ ਆਪਣੇ ਗੁਰੂ ਦੇ ਮਗਰ ਭੱਜੋ ਜਰਾ। ਠੀਕ ਆ, ਆਪਣੀ ਭਗਤੀ ਕਰਕੇ ਦੇਖੋ, ਸਿਮਰਨ ਕਰਕੇ ਦੇਖੋ, ਪ੍ਰਮਾਤਮਾ ਦੇ ਪਿੱਛੇ ਭੱਜ ਕੇ ਦੇਖੋ ਤੁਸੀਂ, ਹਨਾ। ਉਹਦੀ ਬੰਦਗੀ ਕਰਕੇ ਦੇਖੋ, ਭਗਤੀ ਕਰਕੇ ਦੇਖੋ, ਸੰਸਾਰ ਦੇ ਸੁੱਖ ਪਦਾਰਥ ਤੁਹਾਡੇ ਅੱਗੇ ਪਿੱਛੇ ਘੁੰਮਣੇ ਆ। ਇੱਕ ਵਾਰ ਸੱਚੇ ਦਿਲੋਂ ਭਗਤੀ ਕਰਕੇ ਤਾਂ ਦੇਖੋ। ਪਰ ਤੁਸੀਂ ਭਗਤੀ ਕਰਦੇ ਹੋ ਆਪਣੇ ਕਾਰੋਬਾਰ ਚਲਾਉਣ ਵਾਸਤੇ, ਤੁਸੀਂ ਭਗਤੀ ਕਰਦੇ ਹੋ ਗੱਡੀਆਂ ਕਾਰਾਂ ਲੈਣ ਵਾਸਤੇ, ਤੁਸੀਂ ਭਗਤੀ ਕਰਦੇ ਹੋ ਪੇਪਰਾਂ ਵਿੱਚ ਪਾਸ ਹੋਣ ਵਾਸਤੇ, ਤੁਸੀਂ ਪਾਠ ਪੂਜਾ ਕਰਦੇ ਹੋ ਬਾਹਰ ਕੈਨੇਡਾ ਜਾਣ ਵਾਸਤੇ, ਹਨਾ। ਤੁਸੀਂ ਭਗਤੀ ਕਰਦੇ ਹੋ ਕਿ ਬਿਮਾਰੀ ਮੇਰੀ ਠੀਕ ਹੋ ਜਾਵੇ। ਇਸ ਕੰਮਾਂ ਵਾਸਤੇ ਭਗਤੀ ਨਹੀਂ ਕਰਨੀ। ਭਗਤੀ ਕਰਨੀ ਆ ਤੇ ਪਰਮਾਤਮਾ ਨੂੰ ਪਾਉਣ ਵਾਸਤੇ ਕਰੋ, ਉਹਨੂੰ ਮਿਲਣ ਵਾਸਤੇ ਕਰੋ, ਉਹਦੇ ਵਿੱਚ ਇੱਕਮਿਕ ਹੋਣ ਵਾਸਤੇ ਕਰੋ, ਆਪਣਾ ਜੀਵਨ ਸੁਧਾਰਨ ਵਾਸਤੇ ਕਰੋ। ਬਹੁਤ ਜਨਮ ਵਿਛੜੇ ਤੇ ਮਾਦੋ, ਜੇ ਜਨਮ ਤੁਮਾਰੇ ਲਿਖੇ। ਇਹ ਲਿਖੇ ਜੀਵਨ ਉਹਦੇ ਲਗਾ ਦਿਓ। ਸੱਚੇ ਦਿਲੋਂ ਭਗਤੀ ਕਰਕੇ ਦੇਖੋ, ਗੁਰੂ ਦਾ ਕਹਿਣਾ ਮੰਨੋ। ਕਿਤੇ ਆਉਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਆਪਣੇ ਘਰ 'ਚ ਬੈਠ ਕੇ ਸਿਮਰਨ ਕਰਕੇ ਦੇਖੋ। ਇੱਕ ਪੱਕਾ ਟਾਈਮ ਫਿਕਸ ਕਰੋ ਆਪਣਾ। 24 ਘੰਟਿਆਂ ਦੇ ਵਿੱਚੋਂ 3 ਘੰਟੇ ਸਹੀ ਤਰੀਕੇ, 3 ਘੰਟੇ ਰੋਜ਼ ਦੇ ਤੁਸੀਂ ਪੱਕੇ ਦੇ ਦਿਓ ਉਸ ਪ੍ਰਮਾਤਮਾ ਨੂੰ। ਮੀਂਹ ਆਵੇ, ਹਨੇਰੀ ਆਵੇ, ਉਸ ਟਾਈਮ ਤੇ ਤੁਸੀਂ ਬਹਿਣਾ ਹੀ ਬਹਿਣਾ ਆ। ਕਿੱਦਾਂ ਨਹੀਂ ਤੁਹਾਡੀ ਗੱਲ ਬਣੇਗੀ, ਕਿੱਦਾਂ ਨਹੀਂ ਪ੍ਰਮਾਤਮਾ ਤੁਹਾਡੀ ਗੱਲ ਸੁਣੇਗਾ, ਕਿੱਦਾਂ ਨਹੀਂ ਤੁਹਾਡਾ ਗੁਰੂ ਤੁਹਾਡੀ ਗੱਲ ਸੁਣੇਗਾ। ਪਰ ਨੀਂਹ ਬਣਾਉਣਾ ਪੈਣਾ ਤੁਹਾਨੂੰ। ਸ਼ੁਰੂਆਤ ਕਿੱਥੋਂ ਕਰਨੀ ਪੈਣੀ? ਆਪਣੇ ਆਪ ਤੋਂ ਕਰਨੀ ਪੈਣੀ। ਆਪਣਾ ਨੀਂਦ ਦਾ ਤਿਆਗ ਕਰਨਾ ਪੈਣਾ। ਕੁਛ ਪਾਉਣ ਲਈ ਕੁਛ ਖੋਣਾ ਪੈਣਾ। ਸਾਰਾ ਕੰਮ ਗੁਰੂ ਤੇ ਨਾ ਛੱਡ ਦਿਓ ਕਰੋ ਕਿ ਗੁਰੂ ਮੇਰੇ ਸਾਰੇ ਕਾਰਜ ਕਰੂੰਗਾ। ਗੁਰੂ ਨੇ ਕੁਛ ਨਹੀਂ ਕਰਨਾ ਹੈਗਾ। ਗੁਰੂ ਉਦੋਂ ਕਰੇਗਾ ਜਦੋਂ ਤੁਸੀਂ ਉਹਦਾ ਕਹਿਣਾ ਮੰਨੋਗੇ, ਉਹਦੇ ਹੁਕਮ ਅਨੁਸਾਰ ਭਗਤੀ ਕਰੋਗੇ, ਬੰਦਗੀ ਕਰੋਗੇ, ਅਭਿਆਸ ਕਰੋ, ਰੋਜ਼ ਸਿਮਰਨ ਕਰੋ। ਇੱਥੇ ਆ ਜਾਓ, ਇੱਥੇ ਉਹਨੂੰ ਪ੍ਰਗਟ ਕਰੋ ਗੁਰੂ ਆਪਣੇ ਨੂੰ। ਫੇਰ ਦੇਖੋ ਗੁਰੂ ਕਿਸ ਹਸਤੀ ਦਾ ਮਾਲਕ ਆ, ਕਿਹੜੇ ਦੇਸ਼ ਦਾ ਮਾਲਕ ਆ, ਗੁਰੂ ਕੀ ਆ, ਤੁਹਾਨੂੰ ਫੇਰ ਪਤਾ ਲੱਗੇਗਾ। ਅਸੀਂ ਗੁਰੂ ਬਣਾ ਲੈਂਦੇ ਹਾਂ, ਗੁਰੂ ਕੋ ਨਾਮ ਸ਼ਬਦ ਲੈ ਆਉਂਦੇ ਹਾਂ, ਕਰਕੇ ਬੰਦਗੀ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਹਨਾ। ਥੋੜਾ ਸਰੀਰ ਤੇ ਵਜਨ ਪਹਿਲਾਂ ਨਾ ਅਸੀਂ ਕਹਿੰਦੇ ਪਤਾ ਨਹੀਂ ਕਿੰਨੀ ਕੀ ਕਿਰਪਾ ਹੋਗੀ। ਥੋੜਾ ਸਰੀਰ ਤੇ ਹਾਜ਼ਰੀ ਆਉਣ ਲੱਗ ਜਾਂਦੀ, ਅਸੀਂ ਪਤਾ ਨਹੀਂ ਕੀ ਕਿਰਪਾ ਹੋਗੀ। ਇਹ ਕੁਛ ਵੀ ਨਹੀਂ ਹੈਗਾ। ਇਹ ਤੋਂ ਅੱਗੇ ਬਹੁਤ ਵੱਡਾ ਸਮੁੰਦਰ ਆ। ਇਹ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੋ। ਆਪਣੇ ਗੁਰੂ ਨੂੰ ਸ਼ਬਦ ਰੂਪ ਇੱਥੇ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ, ਜਦੋਂ ਪ੍ਰਗਟ ਹੋ ਗਿਆ ਆਪੇ ਤੁਹਾਡੀ ਗੱਲ ਬਣ ਜਾਣੀ। ਤੁਹਾਡੇ ਜ਼ਿੰਦਗੀ ਜਿਹੜੇ ਸਵਾਲ ਲਈ ਫਿਰਦੇ ਨਾ ਤੁਸੀਂ ਛੋਟੇ ਮੋਟੇ, ਇਹ ਸਾਰੇ ਸਵਾਲ ਖਤਮ ਹੋ ਜਾਣੇ। ਇਸ ਕਰਕੇ ਗੁਰੂ ਕਹਿ ਰਿਹਾ, ਪ੍ਰਮਾਤਮਾ ਕਹਿ ਰਿਹਾ, ਬੇਟੇ ਜੋ ਮੈਂ ਕਹਿ ਰਿਹਾ ਉਹ ਕਰ, ਜੋ ਮੈਂ ਕਹਿ ਰਿਹਾ ਉਹ ਕਰ। ਕਰਨਾ ਕੀ ਹੈ? ਸਿਮਰਨ ਕਰਨਾ ਸੀ, ਬੰਦਗੀ ਕਰਨੀ, ਭਗਤੀ ਕਰਨੀ ਹੈ। ਬਾਤੋਂ ਰੋਜ਼ ਅਭਿਆਸ ਕਰਨਾ, ਬਾਹਰੋਂ ਧਿਆਨ ਹਟਾ ਕੇ ਆਪਣੇ ਅੰਤਰ ਵਿੱਚ ਜੋੜਨਾ ਆ। ਬਿਲਕੁਲ ਸ਼ਾਂਤ ਹੋ ਕੇ ਬਹਿ ਜਾਣਾ, ਆਪਣੇ ਅੰਤਰ ਵਿੱਚ ਸਿਮਰਨ ਕਰਨਾ, ਸਵਾਸ ਸਿਮਰਨ ਚਲਾਉਣਾ ਆਪਣੇ। ਇਹ ਕਹਿ ਰਿਹਾ ਮਾਰਾ ਪਰਮਾਤਮਾ ਕਹਿ ਰਿਹਾ ਜੋ ਮੈਂ ਕਹਿ ਰਿਹਾ ਉਹ ਕਰ। ਫਿਰ ਇੱਕ ਦਿਨ ਉਹ ਸਮਾਂ ਆਵੇਗਾ ਜੋ ਤੂੰ ਕਹੇਗਾ ਉਹ ਮੈਂ ਕਰੂੰਗਾ। ਦੇਖਿਆ ਨਾ, ਧੰਨੇ ਜੱਟ ਨੇ, ਹੈਨਾ, ਪਰਮਾਤਮਾ ਨੂੰ ਕੰਮ ਤੇ ਲਾਤਾ, ਹੈਨਾ। ਠੀਕ ਨਹੀਂ, ਖੇਤਾਂ ਹਲ ਬਣ ਲਾਤਾ ਉਹਨਾਂ ਨੇ। ਇਹੋ ਜਿਹੀਆਂ ਭਗਤੀਆਂ ਕਰੋ ਕਰਨੀਆਂ ਤੇ। ਭਗੀਰਥੀ ਦੇਖ ਲਓ, ਭਗੀਰਥੀ, ਹੈਨਾ, ਕੈਲਾਸ਼ ਪਰਬਤ ਤੋਂ ਭੋਲੇਨਾਥ ਕੋ ਗੰਗਾ ਮਈਆ ਨੂੰ ਲੈ ਆਇਆ, ਦੱਸ, ਹੈਨਾ। ਕਮੰਡਲ ਦੇ ਵਿੱਚ ਪਾ ਕੇ ਗੰਗਾ ਨੂੰ ਲੈ ਆਇਆ। ਗੰਗਾ ਦਾ ਵੇਗ ਕਿੰਨਾ ਤੇਜ਼ ਆ, ਦੇਖ ਲਓ। ਇਹੋ ਜਿਹੀਆਂ ਭਗਤੀਆਂ ਕਰੋ ਕਰਨੀਆਂ ਤੇ। ਫੇਰ ਪਤਾ ਲੱਗੂ ਕੁਛ ਕੀਤਾ। ਗੁਰੂ ਨੂੰ ਪਤਾ ਲੱਗੇ ਮੇਰੇ ਭਗਤਾਂ ਨੇ ਕੁਛ ਕੀਤਾ, ਮੇਰੇ ਬੱਚਿਆਂ ਨੇ ਕੁਛ ਕੀਤਾ। ਤੁਸੀਂ ਤਾਂ ਬਸ ਸਰੀਰ ਤੇ ਵਜਨ ਪੈ ਲਾ ਪੈਂਦਾ, ਹਨਾ, ਥੋੜੀ ਹਾਜ਼ਰੀ ਆਉਣ ਲੱਗ ਪੈਂਦੀ ਹੈ, ਹਨਾ। ਤੁਸੀਂ ਸੋਚਦੇ ਪਤਾ ਨਹੀਂ ਕੀ ਮਿਲ ਗਿਆ, ਅਸੀਂ ਪਤਾ ਨਹੀਂ ਕੀ ਕੁਛ ਕਰ ਦਿੱਤਾ। ਇਹ ਕੁਛ ਵੀ ਨਹੀਂ। ਇਹ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੋ ਜੇ ਸਦਾ ਸੁੱਖ ਲੈਣਾ ਚਾਹੁੰਦੇ ਹੋ, ਸਦਾ ਆਨੰਦ ਲੈਣਾ ਚਾਹੁੰਦੇ ਹੋ। ਠੀਕ ਹੈ, ਮੈਂ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਰੋਜ਼ ਸਿਮਰਨ ਕਰੋ। ਪਰ ਆਪਣੀ ਜਿਹੜੀ ਕਮਾਈ ਆ ਉਹ ਰਾਸਤਾ ਬਦਲੋ। ਨਸ਼ੇ ਨਹੀਂ ਕਿਸੇ ਨੇ ਵੇਚਣੇ,
2 ਨੰਬਰ ਦੀ ਕਮਾਈ ਨਹੀਂ ਕਿਸੇ ਨੇ ਕਰਨੀ, ਨਸ਼ਾ दारू ਨਹੀਂ ਵੇਚਣੀ ਕਿਸੇ ਨੇ, ਸੱਟਿਆਂ ਦੇ ਨੰਬਰ ਨਹੀਂ ਕਿਸੇ ਨੇ ਲਾਣੇ ਹੈਗੇ, ਹਾਂ ਫੀਮ ਡੋਡੇ ਨਹੀਂ ਕਿਸੇ ਨੇ ਇਹ ਚੱਕਰਾਂ 'ਚ ਪੈਣਾ ਕਿਸੇ ਨੇ। ਇਹੋ ਜਿਹੀ ਕਮਾਈ ਤੋਂ ਪਰਹੇਜ਼ ਕਰੋ ਕਰਨ ਤੋਂ। ਅੱਜ ਅਸੀਂ ਕਿਸੇ ਨੂੰ ਨਸ਼ੇ ਨਾਲ ਲਾਵਾਂਗੇ, ਕਿਸੇ ਨੂੰ ਨਸ਼ੇ ਦੇ ਆਦੀ ਬਣਾਵਾਂਗੇ, ਕੱਲ੍ਹ ਨੂੰ ਉਹਦਾ ਭੁਗਤਾਨ ਸਾਨੂੰ ਕਰਨਾ ਪੈਣਾ। ਠੀਕ ਹੈ ਨਾ, ਤੁਹਾਡੇ ਬੱਚਿਆਂ ਨੂੰ ਭੁਗਤਾਨ ਕਰਨਾ ਪੈਣਾ। ਜਿਹੋ ਜਿਹਾ ਕਰੋਗੇ ਉਹ ਜਿਹਾ ਭਰੋਗੇ। ਠੀਕ ਹੈ, ਇਸ ਲਈ ਅੱਛੇ ਕਰਮ ਕਰੋ। ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਦੂਜਿਆਂ ਨੂੰ ਖੁਸ਼ੀਆਂ ਦੇਵੋ। ਜੇ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਦੂਜਿਆਂ ਨੂੰ ਸੁੱਖ ਦਿਓ ਤੁਸੀਂ ਦੋਨਿਆਂ ਨੂੰ, ਫਿਰ ਗੱਲ ਬਣੂਗੀ। ਫਿਰ ਮੈਂ ਆਪਦੇ ਚਰਨਾਂ 'ਚ ਇਹੀ ਬੇਨਤੀ ਕਰਦਾ, ਠੀਕ ਆ, ਭਗਤੀ ਕਰੋ, ਆਪਣਾ ਰਾਸਤੇ ਸਿੱਧੇ ਕਰੋ। ਦੇਵੀ ਦੇਵਤੇ, ਪੀਰ ਫਕੀਰ, ਗੁਰੂ ਮਹਾਰਾਜ ਤੁਹਾਡੇ ਦੋ ਨੰਬਰ ਦੇ ਕੰਮਾਂ ਵਿੱਚ ਸਾਥ ਦੇਣ ਵਾਸਤੇ ਨਹੀਂ ਹੈਗੇ। ਠੀਕ ਹੈ, ਇਹ ਦੇਵੀ ਦੇਵਤੇ ਤੁਹਾਡੇ ਇਹ ਜਿਹੇ ਪੁੱਠੇ ਕੰਮਾਂ ਵਿੱਚ ਸਾਥ ਦੇਣ ਵਾਸਤੇ ਨਹੀਂ ਹੈਗੇ, ਨਾ ਇਹਨਾਂ ਨੇ ਦੇਣਾ ਤੁਹਾਨੂੰ ਕਦੇ ਕਿਸੇ। ਜਿਹੋ ਜਿਹੇ ਕਰਮ ਕਰੋਗੇ ਉਹਦਾ ਭੁਗਤਾਨ ਤੁਹਾਨੂੰ ਕਰਨਾ ਪੈਣਾ। ਹਜੇ ਵੀ ਸਮਾਂ ਆਪਣੇ ਨੂੰ ਬਦਲ ਲਵੋ। ਜੇ ਦਾਸ ਦੇ ਕੋਲ ਆਉਣਾ ਚਾਹੁੰਦੇ ਹੋ, ਦਾਸ ਨੂੰ ਮਿਲਣਾ ਚਾਹੁੰਦੇ ਹੋ ਤਾਂ ਆਪਣਾ ਜੀਵਨ ਸੁਧਾਰ ਲਵੋ। ਅਸੀਂ ਕੋਡੀਆਂ ਨਹੀਂ ਇਕੱਠੇ ਕਰਨੀਆਂ, ਅਸੀਂ ਹੀਰੇ ਇਕੱਠੇ ਕਰਨੇ। ਸਾਨੂੰ ਹੀਰੇ ਚਾਹੀਦੇ ਆ। ਹੀਰੇ ਕਿਹੜੇ? ਜਿਹੜੇ ਪ੍ਰਭੂ ਦੀ ਭਗਤੀ ਕਰਦੇ ਆ, ਪ੍ਰਭੂ ਦੀ ਬੰਦਗੀ ਕਰਦੇ ਆ। ਸਾਨੂੰ ਉਹ ਹੀਰੇ ਚਾਹੀਦੇ ਆ, ਗੁਰਮੁਖ ਪਿਆਰੇ ਚਾਹੀਦੇ ਸਾਨੂੰ। ਅਸੀਂ ਕੋਡੀਆਂ ਨਹੀਂ ਇਕੱਠੀਆਂ ਕਰਨੀਆਂ। ਜੇ ਬੰਦਗੀ ਘਰ ਦੇ ਨਾਲ ਜੁੜਨਾ ਚਾਹੁੰਦੇ ਹੋ, ਦਾਸ ਨੂੰ ਮਿਲਣਾ ਚਾਹੁੰਦੇ ਹੋ ਤਾਂ ਆਪਣਾ ਜੀਵਨ ਸੁਧਾਰੋ ਪਹਿਲਾਂ। ਇਹ ਬੇਈਮਾਨੀ ਦੀ ਕਮਾਈ ਛੱਡਣੀਆਂ ਪੈਣੀ ਤੁਹਾਨੂੰ। ਭਗਤੀ ਕਰਨੀ ਪੈਣੀ ਜੇ ਸਾਡੇ ਨਾਲ ਮਿਲਣਾ ਤੁਸੀਂ ਸਾਨੂੰ। ਸਾਨੂੰ ਤੁਹਾਡੀ ਵਡਿਆਈ ਦੀ ਜ਼ਰੂਰਤ ਨਹੀਂ ਹੈਗੀ। ਸਾਨੂੰ ਇਹ ਵੀ ਸਾਡੇ ਅੱਗੇ ਪਿੱਛੇ ਘੁੰਮੋ, ਸਾਨੂੰ ਇਸ ਚੀਜ਼ ਦੀ ਵੀ ਲਾਲਚ ਨਹੀਂ ਕੋਈ ਹੈਗਾ। ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ, ਬੰਦਗੀ ਕਰਨਾ ਜੁੜਨਾ ਚਾਹੁੰਦੇ ਹੋ ਤਾਂ ਆਪਣੇ ਜੇ 2 ਨੰਬਰ ਦੀ ਕਮਾਈ ਕਰਦੇ ਹੋ ਬੰਦ ਕਰ ਦਿਓ। ਨਸ਼ੇ ਵੇਚਣੇ ਬੰਦ ਕਰ ਦਿਓ, दारू ਵੇਚਣੀ ਬੰਦ ਕਰ ਦਿਓ। ਠੀਕ ਹੈ, ਲੋਕਾਂ ਦੇ ਘਰ ਖਰਾਬ ਕਰਨਾ ਬੰਦ ਕਰ ਦਿਓ। ਆਪਣੀ ਦਸਾਂ ਨੌ ਦੀ ਕਿਰਤ ਕਰੋ। ਫਿਰ ਭਗਤੀ ਕਰਨ ਦਾ ਫਾਇਦਾ, ਫਿਰ ਸਾਡੇ ਨਾਲ ਜੁੜਨ ਦਾ ਫਾਇਦਾ ਆ। ਜੇ ਤੁਸੀਂ ਭਗਤੀ ਨਹੀਂ ਕਰ ਸਕਦੇ, ਜੇ ਤੁਸੀਂ ਬੰਦਗੀ ਨਹੀਂ ਕਰ ਸਕਦੇ ਤਾਂ ਸਾਨੂੰ ਮਿਲਣ ਦੀ ਲੋੜ ਨਹੀਂ ਹੈਗੀ ਫਿਰ। ਠੀਕ ਹੈ ਨਾ, ਅਸੀਂ ਭੀੜ ਨਹੀਂ ਇਕੱਠੀ ਕਰਨੀ, ਅਸੀਂ ਕੋਡੀਆਂ ਨਹੀਂ ਇਕੱਠੇ ਕਰਨੀ, ਅਸੀਂ ਹੀਰੇ ਇਕੱਠੇ ਕਰਨੇ ਆ ਸਾਨੂੰ। ਹਾਂ, ਤੇ ਇਸ ਲਈ ਮੇਰੀ ਆਪਦੇ ਹੀ ਚਰਨਾਂ 'ਚ ਬੇਨਤੀ ਆ ਕਿ ਆਪਣਾ ਜੀਵਨ ਸੁਧਾਰ ਲਓ। ਹਜੇ ਵੀ ਸਮਾਂ ਹੈਗਾ ਸੁਧਰਨ ਦਾ, ਕਿ ਜੋ ਪਿੱਛੇ ਕਰ ਲਿਆ ਉਹ ਤੋਂ ਭੁੱਲਾ ਬਖਸ਼ਾ ਕੇ ਅੱਗੇ ਦਾ ਆਪਣਾ ਜੀਵਨ ਸੁਧਾਰ ਲਵੋ। ਅਗਲਾ ਜੀਵਨ ਜਿਹੜਾ ਸਮਾਂ ਹੈਗਾ ਉਹ ਤੁਹਾਡੇ ਹੱਥ ਵਿੱਚ ਹੈਗਾ ਆ। ਆਪਣੇ ਆਪ ਨੂੰ ਬਦਲ ਲਵੋ। ਠੀਕ ਹੈ, ਆਪਣੇ ਗੁਰੂਆਂ ਦਾ ਕਹਿਣਾ ਮੰਨੋ, ਗੁਰੂ ਦੇ ਹੁਕਮ ਅਨੁਸਾਰ ਬੰਦਗੀ ਕਰੋ, ਭਗਤੀ ਕਰੋ। ਸੱਚੇ ਦਿਲੋਂ ਇਹਨਾਂ ਪੀਰਾਂ ਨਾਲ, ਇਹਨਾਂ ਫਕੀਰਾਂ ਨਾਲ, ਦੇਵੀ ਦੇਵਤਿਆਂ ਨਾਲ ਸੱਚੇ ਦਿਲੋਂ ਪ੍ਰੇਮ ਕਰਕੇ ਦੇਖੋ। ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ, ਬਿਨ ਮੰਗਿਆ ਮਿਲੂੰਗਾ। ਜਿਹੜਾ ਦੇਣਾ ਜਾਣਦਾ ਉਹ ਦਿਲ ਦੀਆਂ ਵੀ ਜਾਣਦਾ, ਜਿਹੜਾ ਦਿਲ ਦੀਆਂ ਜਾਣਦਾ ਉਹ ਦੇਣਾ ਵੀ ਜਾਣਦਾ। ਤੁਸੀਂ ਸੱਚੇ ਦਿਲੋਂ ਆਪਣਾ ਪ੍ਰੇਮ ਕਰੋ, ਰੋਜ਼ ਭਗਤੀ ਕਰੋ, ਬੰਦਗੀ ਕਰੋ ਸਹੀ ਤਰੀਕੇ। ਫਿਰ ਦੇਖੋ ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈਗੀ। ਤੁਹਾਨੂੰ ਸਭ ਕੁਝ ਸਮੇਂ ਆਏ ਤੇ ਹਰ ਚੀਜ਼ ਮਿਲੇਗੀ। ਠੀਕ ਹੈ, ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਔਰ ਰੋਜ਼ ਸਾਰਿਆਂ ਨੇ ਸਿਮਰਨ ਦਾ ਅਭਿਆਸ ਕਰਨਾ, ਬੰਦਗੀ ਕਰਨੀ, ਭਗਤੀ ਕਰਨੀ ਆ। ਅੰਮ੍ਰਿਤ ਵੇਲੇ ਸੰਭਾਲਣ ਦੀ ਕੋਸ਼ਿਸ਼ ਕਰੋ। ਠੀਕ ਹੈ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਬੈਠਿਆ ਕਰੋ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਪਹਿਲਾ ਸਮਾਂ ਸਵੇਰੇ ਉੱਠ ਕੇ ਆਪਣੇ ਉਸ ਪ੍ਰਭੂ ਦੇ, ਜਿਸ ਵੀ ਤੁਸੀਂ ਗੁਰੂ ਨੂੰ, ਪੀਰ ਨੂੰ, ਫਕੀਰ ਨੂੰ, ਦੇਵ ਦੇਵਤੇ ਨੂੰ ਮੰਨਦੇ ਹੋ, ਉਹਦੇ ਚਰਨਾਂ 'ਚ ਬੈਠ ਕੇ ਸਿਮਰਨ ਦਾ ਅਭਿਆਸ ਕਰਿਆ ਕਰੋ। ਘੱਟੋ ਘੱਟ ਤੁਹਾਡੀ ਰੋਜ਼ ਦੀ 2.5-3 ਘੰਟੇ ਸੀਟਿੰਗ ਹੋਣੀ ਚਾਹੀਦੀ ਆ, ਘੱਟੋ ਘੱਟ। ਫਿਰ ਉਸ ਤੋਂ ਬਾਅਦ ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਠੀਕ ਹੈ, ਇਹੋ ਜਿਹਾ ਆਪਣਾ ਜੀਵਨ ਬਣਾਓ ਤੇ ਤੁਹਾਡਾ ਜੀਵਨ ਸਫਲ ਹੋ ਜਾਵੇ। ਠੀਕ ਹੈ, ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।